ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਡਾਕਟਰ ਕੇਹਰ ਸਿੰਘ ਜੀ ਮੌਜੂਦ ਨੇ। ਅਸੀਂ ਚਰਚਾ ਦਾ ਵਿਸ਼ਾ ਜਿਹੜਾ ਆ ਉਹ ਸ਼ੁਰੂਆਤ ਮੌਜੂਦਾ ਪੰਜਾਬ ਦੀ ਸਿਆਸਤ ਦੇ ਵਿੱਚ ਹੁਣ ਅੱਗੇ ਅਕਾਲੀ ਦਲ ਦਾ ਭਵਿੱਖ ਕੀ ਹੋਏਗਾ, ਕੀ ਭਾਜਪਾ ਦੇ ਨਾਲ ਜਾਣਾ ਚਾਹੀਦਾ ਆ। ਬਾਦਲ ਸਾਹਿਬ ਦੇ ਅਕਾਲ ਚਲਾਣੇ ਤੋਂ ਬਾਅਦ ਇਹ ਚਰਚਾ ਹੋਰ ਤੇਜ਼ ਹੋ ਜਾਂਦੀ ਹੈ, ਕਿਉਂਕਿ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਵਿਸ਼ੇਸ਼ ਜਿਹੜਾ ਲੇਖ ਜਿਹੜਾ ਆ ਉਹ तमाम ਅਖਬਾਰਾਂ ਦੇ ਵਿੱਚ ਜੋ ਛਪਿਆ ਆ ਉਹਦੇ ਬਹੁਤ ਮਾਇਨੇ ਕੱਢੇ ਜਾ ਰਹੇ ਨੇ। ਭਾਜਪਾ ਲੀਡਰਾਂ ਦੇ ਵੀ ਸਿੱਧੇ ਤੌਰ ਦੇ ਉੱਤੇ ਜਿਹੜਾ ਉਹ ਬਿਆਨ ਸਾਹਮਣੇ ਆ ਰਹੇ ਨੇ ਕਿ ਇਹ ਗੱਠਜੋੜ ਪੰਜਾਬ ਦੇ ਵਿੱਚ ਬਹੁਤ ਸਫਲ ਰਿਹਾ ਤੇ ਅਗਾਂਹ ਵੀ ਹੋਣਾ ਚਾਹੀਦਾ। ਡਾਕਟਰ ਸਾਹਿਬ, ਮੈਂ ਸੁਣ ਰਿਹਾ ਸੀ ਕਿ ਵਿਰਸਾ ਸਿੰਘ ਬਲਟੋਹਾ ਹੋਰੀ ਵੀ ਇਸ ਗੱਲ ਦਾ ਜ਼ਿਕਰ ਕਰ ਰਹੇ ਨੇ ਕਿ ਪ੍ਰਕਾਸ਼ ਸਿੰਘ ਬਾਦਲ ਨਹੀਂ ਸੀ ਚਾਹੁੰਦੇ ਕਿ ਭਾਜਪਾ ਦੇ ਨਾਲੋਂ ਗੱਠਜੋੜ ਟੁੱਟੇ, ਤਾਂ ਇਹ ਸਿੱਧੇ ਸਿੱਧੇ ਸੰਕੇਤ ਨੇ ਕਿ ਭਾਜਪਾ ਦੇ ਨਾਲ ਗੱਠਜੋੜ ਹੋ ਜਾਣਾ ਚਾਹੀਦਾ ਹੈ ਜਾਂ ਫਿਰ ਹੋ ਸਕਦਾ ਆ। ਤੇ ਕੀ ਇਹਨਾਂ ਹਾਲਾਤਾਂ ਦੇ ਵਿੱਚ ਜੋ ਮਤਲਬ ਕਿ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਜਿਵੇਂ ਦਾ ਰਿਹਾ ਤੇ ਜੋ ਕਿਸਾਨੀ ਅੰਦੋਲਨ ਦੌਰਾਨ ਬਿਆਨਬਾਜ਼ੀ ਦੇਖਣ ਨੂੰ ਮਿਲੀ ਤੇ ਹੁਣ ਜੋ ਚਰਚਾ ਚੱਲ ਰਹੀ ਹੈ ਕਿ ਗੱਠਜੋੜ ਹੋਣਾ ਚਾਹੀਦਾ ਆ ਜਾਂ ਨਹੀਂ ਹੋਣਾ ਚਾਹੀਦਾ, ਜਾਂ ਉਹਦੇ ਫਾਇਦੇ ਕੀ ਹੋਣਗੇ, ਨੁਕਸਾਨ ਕੀ ਹੋਣਗੇ, ਜਾਂ ਲੋਕਾਂ ਦੇ ਅੰਦਰ ਕੀ ਗੱਲ ਜਾਏਗੀ, ਲੋਕ ਕਿ ਕੀ ਸੋਚ ਕੇ ਫਿਰ ਵੱਖ ਹੋਏ ਸੀ ਕਿ ਕੀ ਭਾਜਪਾ ਜੋ ਸਾਰੇ ਮਾਮਲਿਆਂ ਦੇ ਵਿੱਚ ਆਪਣੀ ਜਿਹੜੀ ਆ ਉਹ ਪੰਜਾਬ ਦੇ ਪ੍ਰਤੀ ਨੀਤੀ ਜਿਹੜੀ ਆ ਉਹ ਬਦਲ ਚੁੱਕੀ ਹੈ। ਬਹੁਤ ਸਵਾਲ ਨੇ, ਮੈਂ ਚਾਹਾਂਗਾ ਕਿ ਤੁਹਾਡੇ ਸਵਾਗਤ ਦੇ ਨਾਲ ਸ਼ੁਰੂਆਤ ਇੱਥੋਂ ਹੀ ਕਰਦੇ ਹਾਂ। ਜੀ ਸੁਖਵਿੰਦਰ ਜੀ, ਇਹ ਮਸਲਾ ਜਿਹੜਾ ਹੈ ਨਾ, ਇਹਦੀਆਂ ਕਈ ਪਰਤਾਂ ਨੇ। ਔਰ ਤੁਸੀਂ ਦੇਖੋ ਕਿ ਜਿੱਥੋਂ ਤੱਕ ਤੇ ਜਿਸਨੂੰ ਆਪਾਂ ਕਹੀਏ ਨਾ ਕਿ ਤਾਕਤ ਦੀ ਸਿਆਸਤ ਹੈ, ਜਿਸਨੂੰ ਪਾਵਰ ਪੋਲਿਟਿਕਸ ਕਹਿੰਦੇ ਆ, ਉਹਦੇ ਵਿੱਚ ਤੇ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਵੀ ਕੋਈ ਤਰੀਕਾ ਅਜਿਹਾ ਹੋਵੇ ਜਿਹਦੇ ਨਾਲ ਤਾਕਤ ਹਥਿਆਈ ਜਾ ਸਕਦੀ ਹੋਵੇ ਔਰ ਉਸ ਨੂੰ ਉੱਤੇ ਕਬਜ਼ਾ ਕਾਇਮ ਰੱਖਿਆ ਜਾ ਸਕੇ। ਤੇ ਦੋਨੋਂ ਹੀ ਪਾਰਟੀਆਂ ਜਿਹੜੀਆਂ ਹੈਗੀਆਂ, ਅਕਾਲੀ ਦਲ ਔਰ ਬੀਜੇਪੀ, ਇਹਨਾਂ ਨੂੰ ਰੀਅਲਾਈਜੇਸ਼ਨ ਤੇ ਹੈਗੀ ਹੈ ਦੋਨਾਂ ਲੀਡਰਸ ਨੂੰ ਵੀ ਅਸੀਂ ਅੱਡੋ ਅੱਡ ਹੋ ਕੇ ਪੰਜਾਬ ਦੇ ਵਿੱਚ ਸ਼ਾਇਦ ਤਾਕਤ ਸਾਨੂੰ ਪ੍ਰਾਪਤ ਨਾ ਹੋਵੇ। ਅਕਾਲੀ ਦਲ ਵੀ ਇਹ ਜਿਹੜੀ ਲੀਡਰਸ਼ਿਪ ਹੈ ਉਹ ਸਾਰੇ ਮਹਿਸੂਸ ਕਰਦੇ ਆ, ਔਰ ਬੀਜੇਪੀ ਦੀ ਵੀ। ਜਿਸ ਤਰ੍ਹਾਂ ਤੁਸੀਂ ਕਹਿ ਹੀ ਰਹੇ ਹੋ ਕਿ ਇਹ ਕੁਝ ਇਸ਼ਾਰੇ ਹੁੰਦੇ ਆ ਸਿਆਸਤ ਵਿੱਚ, ਜਿਸ ਤਰ੍ਹਾਂ ਦਾ ਪੀਐਮ ਸਾਹਿਬ ਦਾ ਆਉਣਾ, ਫਿਰ ਨੱਡਾ ਸਾਹਿਬ ਤੇ ਬਾਕੀ ਵੱਡੀ ਲੀਡਰਸ਼ਿਪ ਦਾ, ਬਾਦਲ ਸਾਹਿਬ ਦੇ ਇੱਥੇ ਆਉਣਾ, ਉਹਨਾਂ ਦੀ ਕ੍ਰੀਮੇਸ਼ਨ ਤੇ ਉਹਨਾਂ ਦਾ ਉਹ ਲੇਖ ਵੀ ਲਿਖਣਾ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ, ਸਾਰੇ ਅਖਬਾਰਾਂ ਵਿੱਚ ਛਪਿਆ ਹੈ ਔਰ ਬੜੀ ਤਾਰੀਫ ਕੀਤੀ ਗਈ ਹੈ। ਉਹ ਹੁਣ ਰੀਅਲਾਈਜੇਸ਼ਨ ਤੇ ਦੋਨਾਂ ਪਾਰਟੀਆਂ ਦੀ ਹੈਗੀ ਹੈ। ਔਰ ਦੂਸਰਾ ਗੱਲ ਇਹ ਹੈ ਕਿ ਜੇ ਪਿਛੋਕੜ ਦੇਖਿਆ ਜਾਏ ਪੰਜਾਬ ਦਾ, ਤੇ ਪੰਜਾਬ ਦਾ ਜਦੋਂ ਮਿਲੀਟੈਂਸੀ ਦਾ ਪੀਰੀਅਡ ਹੈਗਾ ਖਾੜਕੂਵਾਦ ਦਾ, ਤੇ ਉਸ ਤੋਂ ਬਾਅਦ ਜਿਹੜਾ ਆਪਾਂ ਕਹੀਏ ਕਿ ਸੂਬੇ ਦੇ ਵਿੱਚ ਸ਼ਾਂਤੀ ਦੀ ਬਹਾਲੀ ਹੋਈ ਹੈ, ਤੇ ਉਹਦੇ ਵਿੱਚ ਇਸ ਗੱਠਜੋੜ ਦਾ ਯੋਗਦਾਨ ਜ਼ਰੂਰ ਰਿਹਾ। ਉਹ ਦੋਨਾਂ ਹੀ ਧਿਰਾਂ ਨੂੰ, ਬਾਦਲ ਸਾਹਿਬ ਨੂੰ ਵੀ ਇਹ ਸੂਟ ਕਰਦਾ ਸੀਗਾ ਤੇ ਬੀਜੇਪੀ ਨੂੰ ਵੀ ਸੂਟ ਕਰਦਾ ਸੀ। ਇਸੇ ਕਰਕੇ ਹੀ ਬੀਜੇਪੀ ਜਿਹੜੀ ਹੈਗੀ ਹੈ ਉਹ ਬਹੁਤ ਘੱਟ ਸੀਟਾਂ ਤੇ, ਔਰ ਉਹਨਾਂ ਦਾ ਜਿਹੜੇ ਡਿਪਟੀ ਚੀਫ ਮਿਨਿਸਟਰ ਵੀ ਨਾ ਬਣਾਇਆ ਜਾਣਾ, ਉਹਦੇ ਬਾਵਜੂਦ ਉਹ ਇਹਦੇ ਅਕਾਲੀ ਦਲ ਦੇ ਨਾਲ ਭਾਈਵਾਲੀ ਉਹਨਾਂ ਨੇ ਕਾਇਮ ਰੱਖੀ ਸੀ ਉਹਨਾਂ ਨੇ। ਹੁਣ ਇਹਦੀ ਸਿਧਾਂਤਕ ਪੱਖ ਦੇਖਣ ਜਿੱਥੋਂ ਤੱਕ ਹੈ, ਇਹ ਰੀਅਲ ਪੋਲਿਟਿਕਸ ਉਹਦੇ ਵਿੱਚ ਤੇ ਇਸ ਤਰ੍ਹਾਂ ਦਾ ਸਿਨਾਰੀਓ ਨਜ਼ਰ ਆਉਂਦਾ ਹੈ। ਪਰ ਜੇ ਤੁਸੀਂ ਸਿਧਾਂਤਕ ਪੱਖ ਨੂੰ ਧਿਆਨ ਵਿੱਚ ਰੱਖੋ ਤੇ ਫਿਰ ਮੈਨੂੰ ਲੱਗਦਾ ਹੈ ਕਿ ਹੁਣ ਇਸ ਵੇਲੇ ਅਕਾਲੀ ਦਲ ਤੇ ਬੀਜੇਪੀ ਦੀ ਜਿਹੜੀ ਹੈ ਨੀਤੀਗਤ, ਉਹ ਇੱਕ ਸੁਰਤਾ ਨਹੀਂ ਨਜ਼ਰ ਆਉਂਦੀ, ਕਿਉਂਕਿ ਅਕਾਲੀ ਦਲ ਜਿਹੜਾ ਹੈ ਉਹ ਇੱਕ ਖੇਤਰੀ ਪਾਰਟੀ ਹੈ, ਪੰਥਕ ਪਾਰਟੀ ਹੈਗੀ ਹੈ, ਔਰ ਰਾਜਾਂ ਨੂੰ ਵਧੇਰੇ ਅਧਿਕਾਰ ਦੇਣ ਲਈ ਵਚਨਬੱਧ ਹੈ, ਜਾਂ ਐਟਲੀਸਟ ਉਹਨਾਂ ਦਾ ਨੀਤੀ ਦਾ ਇਹ ਨਿਰਣਾ, ਨੀਤੀਗਤ ਨਿਰਣਾ ਹੈਗਾ ਕਿ ਰਾਜਾਂ ਨੂੰ ਵਧੇਰੇ ਅਧਿਕਾਰ ਮਿਲਣੇ ਚਾਹੀਦੇ ਨੇ, ਖੇਤਰ ਜਿਹੜੇ ਨੇ ਉਹ ਵਧੇਰੇ ਵਿਕਸਿਤ ਹੋਣੇ ਚਾਹੀਦੇ ਨੇ, ਕੇਂਦਰ ਦੀਆਂ ਤਾਕਤਾਂ ਸੀਮਿਤ ਹੋਣੀਆਂ ਚਾਹੀਦੀਆਂ, ਜਿਹਦਾ ਕਿ ਪ੍ਰਗਟਾਵਾ ਆਪਾਂ ਨੂੰ ਪਤਾ ਹੈ ਕਿ ਅਨੰਦਪੁਰ ਸਾਹਿਬ ਦਾ ਰੈਜ਼ੋਲਿਊਸ਼ਨ ਹੈ, ਜਿੱਥੇ ਆਪਾਂ ਨੂੰ ਪਤਾ ਹੈ ਕਿ ਧਰਮ ਯੁੱਧ ਮੋਰਚਾ ਵੀ ਲੱਗਿਆ, ਔਰ ਉਹਦੇ ਵਿੱਚੋਂ ਹੀ ਆਪਾਂ ਨੂੰ ਪਤਾ ਹੈ ਕਿ ਖਾੜਕੂ ਲਹਿਰ ਨਿਕਲੀ। ਸੋ ਜਿੱਥੋਂ ਤੱਕ ਤੇ ਨੀਤੀਗਤ ਪੋਜੀਸ਼ਨ ਹੈ,
ਉਹਦੇ ਮੁਤਾਬਕ ਤੇ ਬੀਜੇਪੀ ਦੀ ਜਿਹੜੀ ਅਪਰੋਚ ਹੈ ਉਹ ਤਾਕਤ ਨੂੰ ਕੇਂਦਰੀਕ੍ਰਿਤ ਕਰਨ ਦੀ ਹੈ, ਸੈਂਟਰਲਾਈਜੇਸ਼ਨ ਕਰਨ ਦੀ ਹੈਗੀ ਹੈ। ਤਾਂ ਉਹ ਆਪਾਂ ਕਹੀਏ ਕਿ ਸਿਧਾਂਤਕ ਜਿਹੜਾ ਹੈ ਉਹ ਇੱਕ ਸੁਰਤਾ ਨਹੀਂ ਹੈ ਅਕਾਲੀ ਦਲ ਔਰ ਬੀਜੇਪੀ ਦਾ। ਤੇ ਜਦੋਂ ਇਹ ਹੁੰਦਾ ਹੈ ਤੇ ਫਿਰ ਆਪਾਂ ਕਹਾਂਗੇ ਕਿ ਇਹ ਸਿਆਸੀ ਮਜਬੂਰੀਆਂ ਵਿੱਚੋਂ ਤਾਕਤ ਹਥਿਆਉਣ ਵਾਸਤੇ ਨਿਕਲਿਆ ਹੋਇਆ ਪੈਂਤੜਾ ਤੇ ਹੋ ਸਕਦਾ ਹੈ। ਜੇ ਨੀਤੀਗਤ ਆਪਾਂ ਮੰਨੀਏ ਤੇ ਇਹ ਸਮਝੌਤਾ ਇਹਨਾਂ ਦਾ ਇਹ ਆਪਾਂ ਕਹੋ ਕਿ ਸਿਧਾਂਤਕ ਨਹੀਂ ਹੋਏਗਾ। ਇਹਦੇ ਹੁਣ ਤੁਸੀਂ ਦੇਖੋ ਕਿ ਪੰਜਾਬ ਦੀ ਕੋਈ ਇਹੋ ਜਿਹੀ ਸਮੱਸਿਆ ਵੀ ਨਹੀਂ ਹੈ ਇਸ ਵੇਲੇ। ਜਿਹੜਾ ਕਿ ਆਪਾਂ ਪੋਸਟ ਖਾੜਕੂ ਲਹਿਰ ਕਹਿੰਦੇ ਸੀ ਨਾ, ਹੁਣ ਕੇਂਦਰ ਕੋਸ਼ਿਸ਼ ਕਰ ਰਿਹਾ, ਆਪਾਂ ਨੂੰ ਪਤਾ ਹੋਇਆ ਆ ਪਿਛਲੀ ਜੋ ਕੁਛ ਵੀ ਹੋਇਆ ਅੰਮ੍ਰਿਤਪਾਲ ਸਿੰਘ ਵਾਲਾ ਫਿਨੋਮੀਨਨ, ਜਿਸ ਢੰਗ ਨਾਲ ਇਹ ਕੇਂਦਰੀ ਅਖਬਾਰਾਂ ਨੇ ਤੇ ਕੇਂਦਰੀ ਮੀਡੀਆ ਨੇ ਜਿਸ ਕਿਸਮ ਦਾ ਉਹ ਬਿਆਨੀਆਂ ਸਿਰਜਣ ਦੀ ਕੋਸ਼ਿਸ਼ ਕੀਤੀ ਸੁਖਵਿੰਦਰ ਜੀ, ਉਹ ਵੀ ਆਪਾਂ ਨੂੰ ਪਤਾ ਹੈ ਕਿ ਜਿਵੇਂ ਪੰਜਾਬ 'ਚ ਅੱਗ ਲੱਗ ਚੁੱਕੀ ਹੈ, ਇੱਥੇ ਤੇ ਪਤਾ ਨਹੀਂ ਕੀ ਕੁਛ ਹੋ ਗਿਆ। ਔਰ ਆਪਾਂ ਇੱਥੇ ਪੰਜਾਬ ਵਿੱਚ ਰਹਿੰਦੇ, ਸਾਰੀ ਦੁਨੀਆ ਨੂੰ ਪਤਾ ਹੈ ਕਿ ਪੰਜਾਬ ਸੁੱਖ ਨਾਲ ਵਸ ਰਿਹਾ, ਸ਼ਾਂਤੀ ਨਾਲ ਵਸ ਰਿਹਾ, ਕਿਸੇ ਕਿਸਮ ਦਾ ਇੱਥੇ ਫਿਰਕੂ ਤਣਾਅ ਕਿਸੇ ਕਿਸਮ ਦਾ ਨਹੀਂ ਹੈਗਾ। ਉਹ ਇੱਕ ਛੋਟੀ ਜਿਹੀ ਗਿਣਤੀ ਹੈਗੀ ਹੈ, ਆਪਾਂ ਨੂੰ ਪਤਾ ਹੈ ਕਿ ਉਹਨਾਂ ਦੀ ਖਾੜਕੂ ਪੋਜੀਸ਼ਨ, ਖਾਲਿਸਤਾਨੀ ਕਹਿ ਲਓ, ਕੁਛ ਕਹਿ ਲਓ, ਉਹਨਾਂ ਦਾ ਪ੍ਰਭਾਵ ਪੰਜਾਬ ਦੀ ਸਿਆਸਤ ਵਿੱਚ ਕੇਂਦਰੀ ਨਹੀਂ ਹੈ। ਉਹ ਬਿਲਕੁਲ ਆਪਾਂ ਕਹੋ ਕਿ ਉਹ ਛੋਟੀ ਜਿਹੀ ਆਵਾਜ਼ ਹੈ ਤੇ ਉਹਨੂੰ ਕੇਂਦਰੀ ਆਵਾਜ਼ ਨਹੀਂ ਮੰਨਣਾ ਚਾਹੀਦਾ। ਉਹ ਪੰਜਾਬ ਦੀ ਕੇਂਦਰੀ ਸਿਆਸਤ ਦੇ ਪ੍ਰਤੀਨਿਧ ਨਹੀਂ ਹਨ। ਤੇ ਜਿਸ ਢੰਗ ਨਾਲ ਇਹ ਹੁਣ ਪਿੱਛੇ ਜੇ ਸਾਰਾ ਬਿਆਨੀਆਂ ਸਿਰਜਣ ਦੀ ਕੋਸ਼ਿਸ਼ ਕੀਤੀ ਗਈ, ਉਹ ਗਲਤ ਰਾਜਨੀਤੀ ਦੇ ਕਾਰਨ ਕੀਤੀ ਗਈ ਹੋਈ ਹੈ। ਸੋ ਇਸ ਕਰਕੇ ਮੈਂ ਕਹਾਂ ਕਿ ਜੇ ਪੰਜਾਬ ਦੇ ਵਿੱਚ ਸੁੱਖ ਸ਼ਾਂਤੀ ਹੈ, ਔਰ ਖਾਸ ਕਰਕੇ ਜਿਹੜੀ ਪਿੱਛੇ ਕਿਸਾਨੀ ਲਹਿਰ ਨੇ ਜਿਸ ਕਿਸਮ ਦਾ ਬਿਆਨੀਆਂ ਸਿਰਜਿਆ, ਜਿਸ ਕਿਸਮ ਦਾ ਸੱਭਿਆਚਾਰ ਸਿਰਜਿਆ ਉਹਨਾਂ ਨੇ, ਉਹਦੇ ਵਿੱਚ ਤੇ ਇਹਦਾ ਸਕੋਪ ਹੀ ਹੈ ਨਹੀਂ ਇਸ ਤਰ੍ਹਾਂ ਦਾ ਕੋਈ ਆਪਾਂ ਕਹੋ ਕਿ ਫਿਰਕੂ ਤਣਾਅ ਦੀ ਗੱਲ ਹੋਵੇ ਜਾਂ ਆਪਸ ਵਿੱਚ ਖਿੱਚਾ ਧੂਈ ਦੀ ਗੱਲ ਹੋਵੇ। ਉਹ ਤੇ ਰੀਜਨਲ ਪੋਲਿਟਿਕਸ ਦੀ ਗੱਲ ਹੈ, ਖੇਤੀ ਆਧਾਰਿਤ ਵਧੇਰੇ ਤਾਕਤਾਂ ਦੇਣ ਦੀ ਗੱਲ ਹੈਗੀ ਹੈ। ਤਾਂ ਕੋਈ ਮਾਹੌਲ ਹੈ ਨਹੀਂ ਤੇ ਨਾ ਹੀ ਕੋਈ ਨੀਤੀਗਤ ਇਹੋ ਜਿਹੀ ਗੱਲ ਹੈਗੀ ਹੈ ਕਿ ਇਹਨਾਂ ਦੀ ਕੋਈ ਨੇੜਤਾ ਹੋਵੇ। ਕਰੂਰਾ ਇਹਨਾਂ ਦਾ ਨੀਤੀ ਦੇ ਤੌਰ ਤੇ ਰਲਦਾ ਨਹੀਂ। ਪਰ ਫਿਰ ਜਿਹੜੀ ਆਪਾਂ ਕਹਿੰਦੇ ਆ, ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਸੁਖਵਿੰਦਰ ਜੀ, ਕਿ ਸਿਆਸਤ ਸਾਡੀ ਬਦਕਿਸਮਤੀ ਕਹਿ ਲਓ ਜਾਂ ਇਹ ਕਹੋ ਕਿ ਸਿਆਸਤ ਦਾ ਖਾਸਾ ਹੈ ਹੀ ਇਹ। ਇਟ ਇਜ਼ ਦੀ ਨੇਚਰ ਆਫ ਪੋਲਿਟਿਕਸ ਕਿ ਇਹ ਤਾਕਤ ਵਾਸਤੇ ਹੀ ਕੀਤੀ ਜਾਂਦੀ ਹੈ। ਤਾਕਤ ਜਿਹੜੇ ਵੀ ਢੰਗ ਨਾਲ ਮਿਲਦੀ ਹੋਵੇ ਉਹ ਹਥਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਤਾਂ ਉਹ ਇਹਨੂੰ ਰੂਲ ਆਊਟ ਨਹੀਂ ਕੀਤਾ ਜਾ ਸਕਦਾ, ਉਹਦੀ ਸੰਭਾਵਨਾ ਜ਼ਰੂਰ ਹੈ। ਪਰ ਮੈਨੂੰ ਇਹਦੀ ਇੱਕ ਖਤਰਨਾਕ ਗੱਲ ਜਿਹੜੀ ਉਹ ਇਹਦਾ ਪੱਖ ਉਹ ਦਿਸਦਾ ਹੈ ਸੁਖਵਿੰਦਰ ਜੀ। ਦੇਖੋ ਆਪਾਂ ਨੂੰ ਹੁਣ ਜਲੰਧਰ ਦੀ ਬਾਈ ਇਲੈਕਸ਼ਨ ਹੋ ਰਹੀ ਹੈ, ਉਹਦੇ ਵਿੱਚ ਅਕਾਲੀ ਦਲ ਦਾ ਸਮਝੌਤਾ ਬਸਪਾ ਦੇ ਨਾਲ ਹੈ। ਤੇ ਜੇ ਹੁਣ ਅਕਾਲੀ ਦਲ ਇਹ ਬੀਜੇਪੀ ਨਾਲ ਸਮਝੌਤਾ ਕਰਦੀ ਹੈ ਤੇ ਫਿਰ ਬਸਪਾ ਉਹਨਾਂ ਨਾਲ ਇਕੱਠੀ ਨਹੀਂ ਤੁਰ ਪਾਏਗੀ। ਇਹਦਾ ਮਤਲਬ ਬਸਪਾ ਦਾ ਸਾਥ ਛੱਡਣਾ ਪਏਗਾ। ਤਾਂ ਭਲਾ ਇਹ ਸਿਗਨਲ ਕੀ ਜਾ ਰਿਹਾ? ਜੇ ਆਪਾਂ ਪੋਲੀਟੀਕਲ ਨੁਆਂਸਸ ਦੇਖੀਏ, ਇਹਨੂੰ ਡੀਕੋਡ ਕਰਨ ਦਾ ਯਤਨ ਕਰੀਏ, ਤਾਂ ਇਹ ਇਸ ਵੇਲੇ ਬਿਆਨੀਆਂ ਸਿਰਜਿਆ ਜਾ ਰਿਹਾ ਨਾ ਨੈਰੇਟਿਵ ਕਿ ਇਹ ਜੀ ਅਕਾਲੀ ਔਰ ਇਹਨਾਂ ਦੀ ਸਮਝੌਤਾ ਹੋ ਸਕਦਾ ਹੈ, ਇਹ ਰੂਲ ਆਊਟ ਨਹੀਂ ਹੁੰਦਾ। ਪਰ ਇਹ ਜਦੋਂ ਇਹੋ ਜੀ ਆਪਾਂ ਪਰਸੈਪਸ਼ਨ ਬਣਾਈਏ ਨਾ ਸਿਆਸਤ ਦੇ ਵਿੱਚ, ਤੇ ਇਸ ਵੇਲੇ ਅਕਾਲੀ ਦਲ ਦੇ ਹੱਕ ਵਿੱਚ ਨਹੀਂ ਹੈ। ਇਹ ਉਹਨਾਂ ਦੇ ਗਲਤ ਇਹ ਗੱਲ ਭੁਗਤੇਗੀ ਕਿ ਇਹ ਲਾ ਇਤਬਾਰ ਹਨ, ਇਹਨਾਂ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਬੀਐਸਪੀ ਦੇ ਨਾਲ ਆ ਜਾਣ, ਕਿਹੜੇ ਵੇਲੇ ਉਹਦਾ ਸਾਥ ਛੱਡ ਦੇਣ। ਤੋਂ ਪਹਿਲਾਂ ਵੀ ਆਪਾਂ ਨੂੰ ਪਤਾ ਹੈ ਕਿ ਬੀਐਸਪੀ ਦੇ ਨਾਲ ਸਮਝੌਤਾ ਕੀਤਾ ਤੇ ਬਾਅਦ ਵਿੱਚ ਛੱਡ ਦਿੱਤਾ ਗਿਆ ਸੀਗਾ। ਸੋ ਫੌਰੀ ਤੌਰ ਤੇ ਮੈਨੂੰ ਲੱਗਦਾ ਹੈ ਕਿ ਇਹਨੂੰ ਅਕਾਲੀਆਂ ਦੇ ਹਿੱਤ ਵਿੱਚ ਇਹ ਨਹੀਂ ਹੈ ਕਿ ਉਹ ਇਸ ਬਿਆਨੀਏ ਨੂੰ ਹਵਾ ਦੇਣ, ਸਗੋਂ ਇਹਦੇ ਉਲਟ ਉਹਨਾਂ ਨੂੰ ਇਹ ਪੋਜੀਸ਼ਨ ਲੈਣੀ ਚਾਹੀਦੀ ਹੈ ਕਿ ਅਸੀਂ ਖੇਤਰੀ ਮੰਗਾਂ ਤੇ ਖੜੇ ਹੋਏ ਹਾਂ, ਕਿਸਾਨ ਮਜ਼ਦੂਰਾਂ ਦਾ ਸਾਡਾ ਆਧਾਰ ਹੈ ਔਰ ਬਸਪਾ ਦੇ ਨਾਲ ਸਾਡਾ ਸਾਥ ਮਜ਼ਬੂਤ ਹੈ, ਅਸੀਂ ਨਹੀਂ ਛੱਡਣਾ ਚਾਹਾਂਗੇ। ਜਿੰਨਾ ਚਿਰ ਅਕਾਲੀ ਇਸ ਗੱਲ ਦੇ ਉੱਪਰ ਜ਼ੋਰ ਨਹੀਂ ਦਿੰਦੇ, ਉਹਨਾਂ ਚਿਰ ਜਿਸ ਨੂੰ ਆਪਾਂ ਕਹਿੰਦੇ ਜੇ ਸਮਝੌਤਾ ਹੋਣਾ ਵੀ ਹੈ
ਤੇ ਉਹ ਫਿਰ ਬੀਜੇਪੀ ਦੀਆਂ ਸ਼ਰਤਾਂ ਤੇ ਨਹੀਂ ਹੋਣਾ ਚਾਹੀਦਾ। ਉਹ ਰੀਜਨਲ ਪਾਰਟੀ, ਇਹ ਅਕਾਲੀ ਦਲ ਜਿਹੜਾ ਹੈ ਕਿ ਉਹ ਆਪਣੀਆਂ ਸ਼ਰਤਾਂ ਤੇ ਉਹ ਫੈਸਲਾ ਕਰਾਉਣ ਦੀ ਕੋਸ਼ਿਸ਼ ਕਰੇ। ਤੇ ਜੇ ਉਹਨਾਂ ਨੇ ਉਹਨਾਂ ਦੇ ਦਬੇਲ ਬਣ ਕੇ, ਪਿਛਲੱਗ ਬਣ ਕੇ ਸਿਆਸਤ ਕਰਨੀ ਹੈ, ਤੇ ਮੇਰਾ ਯਕੀਨ ਇਹ ਹੈ ਕਿ ਅਕਾਲੀਆਂ ਦਾ ਭਵਿੱਖ ਬਿਲਕੁਲ ਧੁੰਦਲਾ ਹੋ ਜਾਣਾ ਹੈ। ਕਿਉਂਕਿ ਪੰਜਾਬ ਦੀ ਵੱਡੀ ਮਾਨਸਿਕਤਾ, ਜਿਹੜੀ ਪੰਜਾਬੀਆਂ ਦੀ ਵੱਡੀ ਮਾਨਸਿਕਤਾ, ਔਰ ਖਾਸ ਕਰਕੇ ਸਿੱਖ ਸਮਾਜ ਦੀ ਮਾਨਸਿਕਤਾ ਹੈ, ਉਹ ਅਜੇ ਵੀ ਬੀਜੇਪੀ ਦੇ ਨਾਲ, ਉਹ ਕਹੋ ਕਿ ਉਹਨਾਂ ਨੇ ਢਿੱਡੋਂ ਪ੍ਰਵਾਨ ਨਹੀਂ ਕੀਤਾ। ਜਿਸ ਤਰ੍ਹਾਂ ਕਾਂਗਰਸ ਤੇ ਸਵਾਲੀਆ ਫਿਕਰੇ ਸੀ, ਉਦਾਂ ਹੀ ਉਹਨਾਂ ਨੇ ਅਜੇ ਬੀਜੇਪੀ ਦੇ ਉੱਪਰ ਵੀ ਸਵਾਲੀਆ ਫਿਕਰੇ ਲਾਏ ਹੋਏ ਹਨ। ਸਿੱਖ ਸਮਾਜ ਨੇ ਬੀਜੇਪੀ ਨੂੰ, ਮੇਰੀ ਜਾਚੇ ਇਹ ਹੈ ਕਿ ਕੋਈ ਬਹੁਤ ਅੱਛਾ ਓਪੀਨੀਅਨ ਨਹੀਂ ਹੈ ਉਹਨਾਂ ਦਾ, ਕਿ ਇਸ ਕਰਕੇ ਮੈਨੂੰ ਲੱਗਦਾ ਇਹ ਹੈ ਕਿ ਅਕਾਲੀ ਦਲ ਨੂੰ ਇਸ ਵੇਲੇ ਉਹਨਾਂ ਨੂੰ ਇਹ ਚਾਹੀਦਾ ਹੈ ਕਿ ਉਹ ਪੈਂਤੜਾ ਇਹੀ ਲੈਣ ਕਿ ਅਸੀਂ ਖੇਤਰੀ ਪਾਰਟੀ ਹਾਂ, ਔਰ ਅਸੀਂ ਆਪਣੇ ਖੇਤਰੀ ਅਧਿਕਾਰ ਨਾਲ ਕਿਸੇ ਵੀ ਤਰ੍ਹਾਂ ਦਾ ਆਧਾਰ ਨਾਲ ਕਿਸੇ ਵੀ ਤਰ੍ਹਾਂ ਦਾ ਕੰਪਰੋਮਾਈਜ਼ ਨਹੀਂ ਕਰਨਾ ਚਾਹਾਂਗੇ। ਤੇ ਜੇ ਬੀਜੇਪੀ ਨਾਲ ਸਮਝੌਤਾ ਹੋਣਾ ਵੀ ਹੈ ਤੇ ਉਹ ਸਾਡੀਆਂ ਸ਼ਰਤਾਂ ਤੇ ਹੋਏਗਾ। ਉਹਨਾਂ ਨੂੰ ਇਹ ਪੈਂਤੜਾ ਲੈਣਾ ਚਾਹੀਦਾ ਹੈ। ਮੇਰੇ ਮੁਤਾਬਕ ਸੁਖਵਿੰਦਰ ਜੀ, ਇਸ ਵੇਲੇ ਦੀ ਅਵਸਥਾ ਇਹ ਹੈ, ਜੇ ਉਹ ਨਹੀਂ ਲੈਂਦੇ ਤੇ ਫੌਰੀ ਨੁਕਸਾਨ ਵੀ ਹੋਏਗਾ ਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਨੁਕਸਾਨ ਹੋਣ ਦੀ ਸੰਭਾਵਨਾ ਵਧੇਰੇ ਹੋਏਗੀ। ਸੁਖਵਿੰਦਰ ਜੀ, ਸੁਖਵਿੰਦਰ। ਜਿਸ ਤਰੀਕੇ ਨਾਲ ਡਾਕਟਰ ਸਾਹਿਬ ਮਾਣਯੋਗ ਸੁਪਰੀਮ ਕੋਰਟ ਦਾ ਅਕਾਲੀ ਦਲ ਨੂੰ ਲੈ ਕੇ ਫੈਸਲਾ ਆਇਆ, ਬਹੁਤ ਲੰਮੇ ਚਿਰ ਦੀ ਉਹ ਰਿਟ ਚੱਲਦੀ ਸੀਗੀ, ਬਲਵੰਤ ਸਿੰਘ ਖੇੜਾ ਹੋਰਾਂ ਨੇ ਪਾਈ ਸੀ, ਕਿ ਇਹਨੂੰ ਵਾਕਈ ਅਸੀਂ ਅਕਾਲੀ ਦਲ ਦੇ ਲਈ ਇੱਕ ਰਾਹਤ ਮੰਨੀਏ? ਕਿਉਂਕਿ ਅਕਾਲੀ ਦਲ ਲਗਾਤਾਰ ਬੈਕਫੁੱਟ ਤੇ ਹੈ। ਇਸ ਫੈਸਲੇ ਦੇ ਨਾਲ ਕਿੰਨਾ ਕੁ ਜਿਹੜਾ ਅਕਾਲੀ ਦਲ ਨੂੰ ਕੋਈ ਮਤਲਬ ਕਿ ਜੋਸ਼ ਮਿਲਦਾ ਆ, ਜਾਂ ਫਿਰ ਲੋਕਾਂ ਦੇ ਮਨਾਂ ਦੇ ਵਿੱਚ ਇਸ ਫੈਸਲੇ ਦੇ ਪ੍ਰਤੀ ਕੀ ਗੱਲ ਜਾਂਦੀ ਹੈ ਕਿ ਕਿੰਨਾ ਹਾਲਾਤਾਂ ਦੇ ਵਿੱਚ ਇਹ ਫੈਸਲਾ ਆਇਆ, ਜਾਂ ਫਿਰ ਇਹਦੇ ਅਸਰ ਅੰਦਾਜ਼ ਕੀ ਹੋਣਗੇ? ਜਾਂ ਫਿਰ ਜਿਹੜੀ ਗੱਲ ਸੰਵਿਧਾਨ ਤੇ ਨੀਤੀਗਤ ਦੀ ਤੁਸੀਂ ਕਰਦੇ ਹੋ, ਅਕਾਲੀ ਦਲ ਦੇ ਸੰਵਿਧਾਨ ਦੀ ਵੀ ਗੱਲ ਉੱਠਦੀ ਸੀ ਕਿ ਇਹ ਪੰਜਾਬੀ ਪਾਰਟੀ ਬਣ ਕੇ ਵਿਚਰੇ ਜਾਂ ਪੰਜਾਬੀ ਪਾਰਟੀ ਬਣਾ ਦਿੱਤਾ ਗਿਆ। ਇਹ ਸਾਰੇ ਸਵਾਲ ਸੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਹੁੰਦਿਆਂ। ਸੁਖਵਿੰਦਰ ਜੀ, ਇਹਦੇ ਵਿੱਚ ਦੋ ਗੱਲਾਂ ਸ਼ਾਮਲ ਹੈ। ਪਹਿਲੀ ਗੱਲ ਤੇ ਹੈਗਾ ਕਾਨੂੰਨੀ ਪੱਖ ਇਹਦਾ ਜਿਹੜਾ ਹੈਗਾ, ਉਹ ਵਧੇਰੇ ਤੇ ਕੋਈ ਕਾਨੂੰਨ ਦਾ ਜਿਹੜਾ ਵਕੀਲ ਜਾਣਕਾਰ ਹੈ ਉਹ ਵਧੇਰੇ ਵਿਸਥਾਰ ਨਾਲ ਦੱਸ ਸਕੇਗਾ। ਪਰ ਜਿੰਨੀ ਕੁ ਮੇਰੇ ਕੋਲ ਜਾਣਕਾਰੀ ਹੈ, ਮੈਂ ਦੇਖਿਆ ਹੈ ਉਹ ਸੁਪਰੀਮ ਕੋਰਟ ਦੀ ਜੱਜਮੈਂਟ ਜਿਹੜੀ ਹੈ, ਉਹਦੇ ਵਿੱਚ ਅਕਾਲੀ ਦਲ ਬਾਦਲ ਦੇ ਜਿਹੜੀ ਲੀਡਰਸ਼ਿਪ ਹੈ, ਜਿਸ ਨੇ ਮਰਹੂਮ ਬਾਦਲ ਸਾਹਿਬ ਹੋ ਗਏ, ਸੁਖਬੀਰ ਹੋਣੀ ਹੋ ਗਏ ਤੇ ਚੀਮਾ ਸਾਹਿਬ, ਉਹਨਾਂ ਦੇ ਖਿਲਾਫ ਹੀ ਸੀ ਨਾ ਤਿੰਨ। ਉਹਨਾਂ ਦੇ ਖਿਲਾਫ ਜਿਹੜਾ ਕ੍ਰਿਮੀਨਲ ਚਾਰਜਸ ਸੀ ਨਾ ਜੀ, ਉਹ ਤੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ ਕਿ ਜਿਹੜੀ ਲੋਅਰ ਕੋਰਟ ਨੇ ਤੇ ਪੰਜਾਬ ਦੀ ਹਾਈ ਕੋਰਟ ਨੇ ਉਹ ਕੇਸ ਉਹਨਾਂ ਦੇ ਖਿਲਾਫ ਬਰਕਰਾਰ ਰੱਖਿਆ ਸੀ ਕਿ ਤੁਸੀਂ ਫੋਰਜਰੀ ਕੀਤੀ ਹੈ, ਤੁਸੀਂ ਧੋਖਾਧੜੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਹ ਚਾਰਜਸ ਜਿਹੜੇ ਹੈ ਸੁਪਰੀਮ ਕੋਰਟ ਨੇ ਰੱਦ ਕਰ ਦਿੱਤੇ ਹੋਏ। ਇਹਦਾ ਮਤਲਬ ਇਹ ਹੋ ਗਿਆ ਕਿ ਉਹਨਾਂ ਦੇ ਖਿਲਾਫ ਹੁਣ ਕ੍ਰਿਮੀਨਲ ਚਾਰਜਸ ਨਹੀਂ ਹੈ, ਫੌਜਦਾਰੀ ਉਹਨਾਂ ਦੇ ਖਿਲਾਫ ਨਹੀਂ ਕਿ ਤੁਹਾਨੂੰ ਸਮਨ ਕਰ ਲਿਆ ਤੁਸੀਂ ਆਓ। ਹੁਣ ਮਸਲਾ ਜਿਹਨੂੰ ਆਪਾਂ ਕਹੀਏ ਕਿ ਉਹ ਸੰਵਿਧਾਨਕ ਸਿਵਲ ਮਸਲਾ ਹੈਗਾ ਕਿ ਇਹ ਦੋ ਸੰਵਿਧਾਨ ਜਿਹੜੇ ਹੈਗੇ ਆ ਉਹ ਭਲਾ ਇਹਨਾਂ ਨੂੰ ਰੱਖਣ ਦੀ ਇਜਾਜ਼ਤ ਹੈ ਜਾਂ ਇਹ ਦੋਨੋਂ ਰੀਕਨਸਾਈਲ ਹੋ ਸਕਦੇ ਕਿ ਨਹੀਂ ਹੋ ਸਕਦੇ, ਉਹ ਮੁਕੱਦਮਾ ਅਜੇ ਚੱਲੇਗਾ। ਉਹ ਸਿਧਾਂਤਕ ਗੱਲ ਉਹ ਚੱਲੇਗਾ। ਇਹਦਾ ਮਤਲਬ ਇਹ ਹੋ ਗਿਆ ਕਿ ਜਿਹੜੀ ਤਲਵਾਰ ਲਟਕੀ ਸੀ ਨਾ ਜੀ, ਇਹਨਾਂ ਨੂੰ ਫੜ ਕੇ ਪਤਾ ਨਹੀਂ ਕਿਹੜੇ ਵੇਲੇ ਜੇਲ੍ਹ ਭੇਜ ਦੇਣਗੇ, ਪਤਾ ਨਹੀਂ ਕੀ ਫੌਜਦਾਰੀ ਸੀ ਨਾ, ਸਾਰੀਆਂ ਉਹਨਾਂ ਦੇ ਉੱਪਰ ਧਾਰਾਵਾਂ ਲੱਗੀਆਂ। ਇਹ ਰਾਹਤ ਉਹਨਾਂ ਨੂੰ ਮਿਲ ਗਈ ਹੈ। ਔਰ ਮੇਰੇ ਮੁਤਾਬਕ, ਮੈਂ ਖੁਦ, ਮੇਰਾ ਆਪਣਾ ਨਿੱਜੀ ਵੀ ਯਕੀਨ ਇਹੀ ਹੈ ਕਿ ਉਹਦੇ ਵਿੱਚ ਕੋਈ ਫੋਰਜਰੀ ਵਾਲੀ ਕੋਈ ਗੱਲ ਨਹੀਂ ਹੈਗੀ। ਫੋਰਜਰੀ ਤਾਂ ਹੁੰਦੀ ਕਿ ਮੱਥ ਕੇ ਜਦੋਂ ਤੁਸੀਂ ਗਲਤ ਡਾਕੂਮੈਂਟ ਤਿਆਰ ਕਰਦੇ ਹੋ, ਉਸ ਗਲਤ ਡਾਕੂਮੈਂਟ ਨੂੰ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਤੁਸੀਂ ਵਰਤਦੇ ਹੋ ਜਾਂ ਤਿਆਰ ਕਰਦੇ ਹੋ, ਧੋਖਾਧੜੀ ਕਰਨ ਵਾਸਤੇ ਕਰਦੇ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਉਹਦੇ ਵਿੱਚ ਸਿਰਫ ਇਹ ਹੈ ਕਿ ਇੱਕ ਦੇਣਾ ਪੈਂਦਾ ਜੀ ਇਲੈਕਸ਼ਨ ਕਮਿਸ਼ਨ ਨੂੰ ਸੰਵਿਧਾਨ ਦੇ, ਉਹਦੇ ਚ ਬੜਾ ਕਲੀਅਰ ਹੋਇਆ ਕਿ ਉਹਨਾਂ ਦੀ ਕੰਡੀਸ਼ਨ ਇਹ ਹੈ ਕਿ ਸੈਕੂਲਰ ਪਾਰਟੀਆਂ ਜਿਹੜੀਆਂ ਹੁੰਦੀਆਂ ਨੇ, ਦੇਸ਼ ਪ੍ਰਤੀ ਵਚਨਬੱਧ ਜਿਹੜੀਆਂ ਹੈਗੀਆਂ, ਉਹ ਹੀ ਇਲੈਕਸ਼ਨ ਲੜ ਸਕਦੀਆਂ ਹੈਗੀਆਂ। ਪਰ ਜਿਹੜਾ ਹੁਣ SPCC ਦੀ SGPC ਦੀ ਇਲੈਕਸ਼ਨ ਲੜਦੇ ਹੈ, ਉਹਦੇ ਵਿੱਚ ਉਹ ਕਹਿੰਦੇ ਨੇ ਕਿ ਸਾਡੀ ਧਾਰਮਿਕ ਵੀ ਅਸੀਂ ਪਾਰਟੀ ਹੈਗੀ ਤੇ ਅਸੀਂ ਇਲੈਕਸ਼ਨ ਲੜਦੇ ਹਾਂ।
ਤੇ ਸੰਵਿਧਾਨ ਦੇ ਜਦੋਂ ਪ੍ਰਤੀ ਅਸੀਂ ਸਹੁੰ ਚੁੱਕਦੇ ਹਾਂ ਜਾਂ ਉਹਨਾਂ ਮੁਤਾਬਕ ਇਲੈਕਸ਼ਨ ਲੜਦੇ ਹਾਂ ਤੇ ਉਹਦਾ ਇਹ ਨਹੀਂ ਮਤਲਬ ਹੁੰਦਾ ਕਿ ਤੁਸੀਂ ਗੈਰ ਧਾਰਮਿਕ ਵੀ ਹੋ। ਸੋ ਧਾਰਮਿਕ ਹੋ ਕੇ ਸੰਵਿਧਾਨ ਦੇ ਅਨੁਕੂਲ ਜਿਹੜਾ ਤੁਸੀਂ ਧਾਰਾਵਾਂ ਨੂੰ ਮੰਨਦੇ ਹੋਏ ਇਲੈਕਸ਼ਨ ਲੜਦੇ ਹੋ, ਅਕਾਲੀ ਦਲ ਦੀ ਪੋਜੀਸ਼ਨ ਇਹੀ ਉੱਥੇ ਹੈਗੀ ਹੈ ਕਿ SGPC ਦੇ ਵਿੱਚ ਵੀ ਅਸੀਂ ਜਦੋਂ ਇਲੈਕਸ਼ਨ ਲੜਦੇ ਹਾਂ ਉਹ ਸੰਵਿਧਾਨ ਦੀਆਂ ਧਾਰਾਵਾਂ ਮੁਤਾਬਕ ਹੀ ਲੜਦੇ ਹਾਂ ਤੇ ਸਿੱਖ ਸਮੁਦਾਇ ਦੀ ਪ੍ਰਤੀਨਿਧਤਾ ਕਰਨ ਦੀ ਅਸੀਂ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਸਾਡਾ ਪਿਛੋਕੜ ਇਹੀ ਹੈਗਾ ਤੇ ਸਾਡਾ ਧਰਮ ਜਿਹੜਾ ਹੈਗਾ ਉਹਦੇ ਵਿੱਚ ਰਾਜਨੀਤੀ ਤੋਂ ਵੱਖਰਾ ਅਸੀਂ ਨਹੀਂ ਸੋਚ ਸਕਦੇ। ਧਰਮ ਤੇ ਰਾਜਨੀਤੀ ਦੇ ਦੋਨਾਂ ਹੀ ਪਿੜਾਂ ਦੇ ਵਿੱਚ ਖੇਤਰਾਂ ਵਿੱਚ ਸਾਨੂੰ ਵਿਚਰਨ ਦਾ ਆਦੇਸ਼ ਹੈ। ਸੋ ਇਸ ਕਰਕੇ ਮੈਨੂੰ ਲੱਗਦਾ ਇਹ ਹੈ ਕਿ ਜਿਹੜਾ ਵੱਡਾ ਡਰ ਸੀ ਉਹ ਤੇ ਹੋ ਗਿਆ ਦੂਰ। ਜਿੱਥੋਂ ਤੱਕ ਇਹ ਕਾਨੂੰਨੀ ਗੱਲ ਹੈਗੀ ਹੈ ਇਹਦੇ ਬਾਰੇ ਕੋਈ ਬਹੁਤ ਯਕੀਨੀ ਤੌਰ ਤੇ ਨਹੀਂ ਮੈਂ ਕਹਿ ਸਕਦਾ, ਪਰ ਮੇਰੀ ਰੀਡਿੰਗ ਜਾਂ ਮੇਰੀ ਅੰਡਰਸਟੈਂਡਿੰਗ ਇਹ ਹੈ ਕਿ ਇਹ ਕੇਸ ਹੁਣ ਕਮਜ਼ੋਰ ਹੋ ਗਿਆ ਹੋਇਆ। ਇਹ ਐਕਸਪਲੇਨ ਕੀਤਾ ਜਾ ਸਕਦਾ, ਇਹਦੀ ਵਿਆਖਿਆ ਕੀਤੀ ਜਾ ਸਕਦੀ ਹੈ ਕਿ SGPC ਦੀ ਜਦੋਂ ਚੋਣ ਅਕਾਲੀ ਦਲ ਲੜਦਾ ਹੈਗਾ ਤੇ ਉਹ ਇੱਕ ਆਪਣੇ ਧਰਮ ਪ੍ਰਤੀ ਆਸਥਾ ਔਰ ਧਾਰਮਿਕ ਸੰਸਥਾਨਾਂ ਨੂੰ ਚਲਾਉਣ ਵਾਸਤੇ ਉਹ ਇਲੈਕਸ਼ਨ ਲੜ ਰਿਹਾ ਹੋਇਆ ਤੇ ਇਹ ਕਿਸੇ ਤਰ੍ਹਾਂ ਅਸੀਂ ਇਹ ਸੰਵਿਧਾਨ ਦੀ ਉਲੰਘਣਾ ਨਹੀਂ ਕਰ ਰਹੇ। ਸੋ ਉਹ ਹੁਣ ਟੈਕਨੀਕਲ ਜੀਆਂ ਜਿਹੜੀਆਂ ਗੱਲਾਂ ਰਹਿ ਗਈਆਂ ਨੇ ਉਹਦੇ ਵਿੱਚ ਮੇਰੇ ਮੁਤਾਬਕ ਉਹ ਜਿਹੜਾ ਹੁਸ਼ਿਆਰਪੁਰ ਵਾਲਾ ਕੇਸ ਹੈ ਉਹ ਕਾਫੀ ਕਮਜ਼ੋਰ ਹੋ ਗਿਆ, ਮੇਰੀ ਸਮਝ ਇਸ ਤਰ੍ਹਾਂ ਸੁਖਵਿੰਦਰ ਜੀ। ਜੀ ਅੱਛਾ, ਜਦੋਂ ਅਸੀਂ ਅਕਾਲੀ ਦਲ ਤੇ ਭਾਜਪਾ ਦੇ ਗੱਠਜੋੜ ਦੀ ਗੱਲ ਕਰਦੇ ਹਾਂ ਤਾਂ ਪ੍ਰਕਾਸ਼ ਸਿੰਘ ਬਾਦਲ ਸਾਹਿਬ ਤੋਂ ਬਾਅਦ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਜਿਹਦੀ ਅਗਵਾਈ ਸੁਖਬੀਰ ਸਿੰਘ ਬਾਦਲ ਐਜ਼ ਏ ਪ੍ਰਧਾਨ ਅਕਾਲੀ ਦਲ ਦੀ ਕਰ ਰਹੇ ਨੇ, ਕੀ ਇਹਦਾ ਭਗਵਾਂ ਪਾਰਟੀ ਦੇ ਨਾਲ ਜਾਣ ਨੂੰ ਲੈ ਕੇ, ਜਿਵੇਂ ਤੁਸੀਂ ਕਿਹਾ ਕਿ ਤਾਕਤ ਦਾ ਹੁੰਦਾ ਮਸਲਾ ਕਿ ਇੱਕ ਤਾਕਤ ਹਥਿਆਉਣੀ ਹੈ, ਕਿ ਇਹ ਲੀਡਰਸ਼ਿਪ ਉਸ ਤਾਕਤ ਤੋਂ ਬਿਨਾਂ ਆਪਣੀ ਕੋਈ ਤਾਕਤ ਬਣਾ ਸਕਦੀ ਹੈ ਕਿ ਜ਼ਰੂਰੀ ਨਹੀਂ ਕਿ ਸੱਤਾ 'ਚ ਰਹਿੰਦੇ ਹੀ ਤੁਸੀਂ ਪੰਥਕ ਮਸਲੇ ਜਾਂ ਪੰਜਾਬ ਦੇ ਮਸਲਿਆਂ ਦੀ ਗੱਲ ਕਰੋ, ਤੁਸੀਂ ਜੇ ਏਕਲਾ ਚਾਲੋ ਦੀ ਨੀਤੀ ਦੇ ਉੱਤੇ ਚੱਲਦੇ ਹੋ ਤਾਂ ਤੁਹਾਨੂੰ ਪੰਜਾਬ ਦੇ ਵਿੱਚ ਤੁਹਾਡੇ ਪੈਰ ਪੱਕੇ ਰਹਿ ਸਕਦੇ ਨੇ। ਕੀ ਇਹ ਇਹਨਾਂ ਦੇ ਲਈ ਮਤਲਬ ਕਿ ਇੰਨਾ ਸੌਖਾ ਰਾਹ ਹੋਏਗਾ ਕਿ ਇਕੱਲੇ ਤੌਰ ਦੇ ਉੱਤੇ ਪੰਜਾਬ ਦੇ ਹੱਕਾਂ ਦੀ ਗੱਲ ਕਰਨਾ, ਜਾਂ ਫਿਰ ਇਹ ਵੀ ਉਸੇ ਢੰਗ ਦੇ ਨਾਲ ਕਿ ਤਲਾਂਜਲੀ ਦੇਣ ਦੀ ਗੱਲ ਨਾ ਹੋ ਜੇ ਕਿ ਕੀ ਪੰਜਾਬ ਦੇ ਹੱਕਾਂ ਦੀ ਗੱਲ ਕਰਨੀ ਹੈ ਅਸੀਂ ਸਮੁੱਚੇ ਤੌਰ ਦੇ ਉੱਤੇ BJP ਨੂੰ ਜਾਂ ਕਿਸੇ ਨੂੰ ਵੀ ਨਾਲ ਲੈ ਕੇ ਸੱਤਾ ਵਿੱਚ ਆ ਜਾਈਏ? ਸੁਖਵਿੰਦਰ ਜੀ, ਮੈਂ ਨਾ ਇੱਕ ਕਿਸੇ ਹੋਰ ਚੈਨਲ ਤੇ ਹੁਣੇ ਗੱਲ ਕਰ ਰਿਹਾ ਸੀ, ਉਹਦੇ ਇਹ ਹੈ ਕਿ ਦੇਖੋ ਸਮਝੌਤੇ ਹੋਣੇ ਪਾਰਟੀਆਂ ਦੇ ਆਪਸ 'ਚ ਨਾ ਹੋਣੇ ਉਹ ਤਾਕਤ ਦੀ ਖੇਡ ਤੇ ਹੁੰਦੀ ਹੈ, ਪਰ ਇੱਕ ਲੀਡਰਸ਼ਿਪ ਦਾ ਜਿਹੜੀ ਹੁੰਦਾ ਨਾ ਲੀਡਰ ਹੁੰਦਾ ਉਹ ਵੀ ਆਪਣਾ ਭਵਿੱਖ ਨੂੰ ਧਿਆਨ ਵਿੱਚ ਰੱਖ ਕੇ ਵੀ ਫੈਸਲੇ ਲੈਂਦੇ। ਤੁਸੀਂ ਦੇਖੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹਮੇਸ਼ਾ ਇੱਕ ਤੋਂ ਵੱਧ ਲੀਡਰ ਜਿਹੜੇ ਨੇ ਉਹ ਪ੍ਰਭਾਵਸ਼ਾਲੀ ਰਹੇ ਹੈ ਕਾਫੀ ਲੰਬਾ ਸਮਾਂ ਆਪਾਂ ਨੂੰ ਲੈ ਲਓ ਤੁਸੀਂ। ਤੇ ਬਾਦਲ ਸਾਹਿਬ ਦਾ ਯੁੱਗ ਜਿਹੜਾ ਹੈ ਉਹ ਮੈਂ ਮੰਨਦਾ ਕਿ 1995 ਤੋਂ ਸ਼ੁਰੂ ਹੁੰਦਾ, ਜਦੋਂ ਇਹ ਆਪਾਂ ਕਹਿੰਦੇ ਹਾਂ ਕਿ ਉਹ ਖੇਤਰੀ ਪਾਰਟੀ ਵੀ ਡਿਕਲੇਅਰ ਆਪਣੇ ਆਪ ਨੂੰ ਮੋਗਾ ਕਨਵੈਨਸ਼ਨ 1996 ਚ ਕਰਦੇ ਨੇ ਤੇ 1995 ਚ ਉਹ ਪ੍ਰਧਾਨ ਬਣ ਜਾਂਦੇ ਨੇ ਅਕਾਲੀ ਦਲ ਦੇ ਬਾਦਲ ਸਾਹਿਬ। ਤੇ ਉਹ ਮੈਂ ਉਹ ਮੰਨਦਾ ਕਿ ਉਹ ਸੁਪਰੀਮੋ ਜਿਸਨੂੰ ਆਪਾਂ ਕਹੀਏ ਕਿ ਵਾਹਦ ਲੀਡਰ ਜਦੋਂ ਬਣਦੇ ਹਨ ਤੇ ਵਾਹਦ ਲੀਡਰ ਬਣਦੇ ਹਨ, ਟੌੜਾ ਸਾਹਿਬ ਜਿਹੜੀ ਉਹਨਾਂ ਦੀ ਪੋਜੀਸ਼ਨ ਨੰਬਰ 2 ਦੀ ਹੁੰਦੀ ਹੈ, ਪਰ ਉਹ ਨੰਬਰ 2 ਦੀ ਪੋਜੀਸ਼ਨ ਨਾਲ ਰੀਕਨਸਾਈਲ ਕਰਕੇ ਚੱਲਦੇ ਰਹਿੰਦੇ। ਜਦੋਂ ਤੱਕ ਉਹ ਰੀਕਨਸਾਈਲ ਕਰਕੇ ਚੱਲਦੇ ਰਹਿੰਦੇ ਹੈ ਤੇ ਠੀਕ ਹੈ, ਜਦੋਂ ਉਹ ਅਸਰਟ ਕਰਨ ਦੀ ਕੋਸ਼ਿਸ਼ ਕਰਦੇ ਸੀ ਤੇ ਉਦੋਂ ਹੀ ਉਹ ਸਾਈਡ ਲਾਈਨ ਹੋ ਗਈ। ਆਪਾਂ ਨੂੰ ਪਤਾ ਹੈ ਕਿ ਅਕਾਲੀ ਦਲ ਟੁੱਟਿਆ ਵੀ ਤੇ ਤਾਕਤ ਤੋਂ ਬਾਹਰ ਵੀ ਗਿਆ, ਮੁੜ ਕੇ ਇਹਨਾਂ ਦਾ ਫਿਰ ਸਮਝੌਤਾ ਹੋਇਆ ਤੇ ਟੌੜਾ ਸਾਹਿਬ ਨੰਬਰ 2 ਤੇ ਆ ਕੇ ਉਹਨਾਂ ਨੇ ਮੰਨ ਲਈ ਆਪਣੀ ਪੋਜੀਸ਼ਨ। ਮੇਰਾ ਪੁਆਇੰਟ ਕਹਿਣ ਤੋਂ ਇਹ ਹੈ ਸੁਖਵਿੰਦਰ ਜੀ, ਇਹਨੂੰ ਭਲਾ ਸਮਝਣ ਦੀ ਆਪਾਂ ਕੋਸ਼ਿਸ਼ ਕਰੀਏ ਕਿ ਬਾਦਲ ਸਾਹਿਬ ਨੂੰ ਹਮੇਸ਼ਾ ਇਹ ਸਮਝੌਤਾ ਜਿਹੜਾ ਹੈ ਨਾ ਗੱਠਜੋੜ BJP ਨਾਲ ਕੀਤਾ ਹੋਇਆ ਉਹਨਾਂ ਨੂੰ ਸਿਆਸੀ ਤੌਰ ਤੇ ਬਹੁਤ ਸੂਟ ਕਰਦਾ ਸੀ, ਉਹਨਾਂ ਦੇ ਹੱਕ ਵਿੱਚ ਭੁਗਤਦਾ ਸੀ ਕਿ BJP ਹਮੇਸ਼ਾ ਹੀ ਅਕਾਲੀਆਂ ਵਿੱਚੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮਰਹੂਮ ਸਰਕਾਰ
ਪ੍ਰਕਾਸ਼ ਸਿੰਘ ਬਾਦਲ ਤੇ ਵਧੇਰੇ ਵਿਸ਼ਵਾਸ ਰੱਖਦੀ ਸੀ ਤੇ ਉਹਨਾਂ ਨੂੰ ਹਮੇਸ਼ਾ ਹੀ ਉਹ ਸਪੋਰਟ ਕਰਦੀ ਸੀ। ਉਹਨਾਂ ਦੀ ਕੋਈ ਗੱਲ ਉਹ ਨਹੀਂ ਸੀ ਮੋੜਦੇ। ਤਾਂ ਜਦੋਂ ਆਪਾਂ ਮੰਨ ਲਈਏ ਕਿ ਜਦੋਂ ਸਿੱਖ ਲੀਡਰਸ਼ਿਪ ਵਿੱਚ ਆਪਸ ਵਿੱਚ ਟਕਰਾਓ ਹੋਵੇ, ਚੌਧਰ ਦਾ ਟਕਰਾਓ ਹੋਵੇ, ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਅੰਦਰੂਨੀ ਸਿਆਸਤ ਜਿਸ ਨੂੰ ਆਪਾਂ ਕਹਿੰਦੇ, ਉਹਦੇ ਵਿੱਚ ਕੌਣ ਭਾਰੂ ਹੋਏਗਾ, ਤੇ ਉਹ ਭਾਰੂ ਹੋਣ ਵਿੱਚ ਬੀਜੇਪੀ ਦੀ ਸਪੋਰਟ ਜਿਹੜੀ ਹੈ ਉਹ ਬਾਦਲ ਸਾਹਿਬ ਨੂੰ ਬੜੀ ਰਾਸ ਆਉਂਦੀ ਸੀਗੀ। ਇੱਕ ਕਾਰਨ ਇਹ ਵੀ ਹੈਗਾ ਕਿ ਬਾਦਲ ਸਾਹਿਬ ਤਾਕਤ ਦੀ ਖੇਡ ਜਦੋਂ ਖੇਡਦੇ ਸੀਗੇ ਨੰਬਰ 1 ਬਣੇ ਰਹਿਣ ਵਾਸਤੇ, ਜੇ ਉਹ ਸਿਰਫ ਤੇ ਸਿਰਫ ਅਕਾਲੀਆਂ ਦੇ ਵਿੱਚ ਹੀ ਰਹਿੰਦੇ ਔਰ ਉਹ ਆਊਟਸਾਈਡ ਸਪੋਰਟ ਉਹਨਾਂ ਨੂੰ ਨਾ ਮਿਲਦੀ ਤੇ ਸ਼ਾਇਦ ਵਿੱਚੋਂ ਕੋਈ ਨਾ ਕੋਈ ਬਗਾਵਤ ਹੋ ਜਾਂਦੀ, ਉਹਨਾਂ ਨੂੰ ਰਿਪਲੇਸ ਵੀ ਕਰਦੇ। ਇਸੇ ਕਰਕੇ ਉਹ 5 ਵਾਰ ਉਹ ਬੜੇ ਮੰਤਰੀ ਔਰ ਸੁਪਰੀਮੋ ਬਣੇ, ਜਿਨ੍ਹਾਂ ਦਾ ਆਪਾਂ ਨੂੰ ਪਤਾ ਹੈ ਕਿ ਕਬਜ਼ਾ ਰਿਹਾ ਸਾਰੀਆਂ ਹੀ ਸੰਸਥਾਵਾਂ ਦੇ ਉੱਪਰ। ਸੋ ਮੇਰਾ ਨੁਕਤਾ ਕਹਿਣ ਤੋਂ ਇਹ ਹੈ ਸੁਖਵਿੰਦਰ ਜੀ ਕਿ ਭਾਈਵਾਲੀ ਜਿਹੜੀ ਆ ਇੱਕ ਤੇ ਤਾਕਤ ਦੀ ਹੁੰਦੀ ਹੈ ਕਿ ਸਿਆਸੀ ਤਾਕਤ ਸਰਕਾਰ ਬਣਾਉਣ ਦੀ, ਦੂਸਰੀ ਹੁੰਦੀ ਹੈ ਕਿ ਤੁਸੀਂ ਵਿਦਨ ਦੀ ਪਾਰਟੀ ਜਿਸ ਤੁਸੀਂ ਸੰਗਠਨ ਦੇ ਵਿੱਚ ਹੈਗੇ ਹੋ, ਉਸ ਸੰਗਠਨ ਦੇ ਵਿੱਚ ਭਲਾ ਤੁਹਾਡੀ ਪੋਜੀਸ਼ਨ ਕੀ ਹੈ, ਉੱਥੇ ਤੁਸੀਂ ਨੰਬਰ 1 ਹੈਗੇ ਹੋ ਕਿ ਨਹੀਂ। ਤੇ ਉਹ ਨੰਬਰ 1 ਰਹਿਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਮੈਂ ਮੰਨਦਾ ਕਿ ਇਹ ਬੀਜੇਪੀ ਨਾਲ ਅਲਾਇੰਸ ਜਿਹੜਾ ਇਹ ਉਹਨਾਂ ਨੂੰ ਬੜਾ ਰਾਸ ਆਇਆ। ਔਰ ਤੁਸੀਂ ਦੇਖੋ ਇਹੀ ਇਹਦਾ ਕਾਰਨ ਹੈ ਨਾ ਕਿ ਉਹਨਾਂ ਦੀ ਨੂੰਹ ਰਾਣੀ ਜਿਹੜੀ ਹੈ ਉਹ ਮੰਤਰੀ ਬਣ ਗਈ। ਉਹਨਾਂ ਦੇ ਕਹੇ ਸੀ ਨਾ, ਵੱਡੇ ਇੰਨੇ ਦਿੱਗਜ ਲੀਡਰ ਸੀਗੇ, ਸੀਨੀਅਰ ਲੀਡਰ ਬੈਠੇ ਸੀਗੇ, ਉਹਨਾਂ ਨੂੰ ਇਗਨੋਰ ਕਰਕੇ ਉਹਨਾਂ ਦੀ ਨੂੰਹ ਰਾਣੀ ਨੂੰ ਜਦੋਂ ਮੰਤਰੀ ਬਣਾਇਆ ਗਿਆ ਤੇ ਇਹ ਸੂਚਕ ਕਿਸ ਗੱਲ ਦਾ ਹੈਗਾ ਕਿ ਬਾਦਲ ਸਾਹਿਬ ਜੋ ਕਹਿਣਗੇ ਅਸੀਂ ਉਹ ਮੰਨ ਲੈਣਾ। ਇਸੇ ਤਰ੍ਹਾਂ ਹੀ ਢੀਂਡਸਾ ਸਾਹਿਬ ਨੂੰ ਜਦੋਂ ਗਵਰਨਰ ਲਗਾਉਣ ਦੀ ਗੱਲ ਚੱਲੀ ਸੀ, ਇਹਦਾ ਜ਼ਿਕਰ ਜਾਣਕਾਰ ਲੋਕ ਕਰਦੇ ਹੈ, ਤੇ ਢੀਂਡਸਾ ਸਾਹਿਬ ਜੇ ਗਵਰਨਰ ਨਹੀਂ ਬਣੇ ਤੇ ਉਹਦਾ ਕਾਰਨ ਇਹ ਸੀ ਕਿ ਬਾਦਲ ਸਾਹਿਬ ਨੇ ਇਸ ਗੱਲ ਦੀ ਇਜਾਜ਼ਤ ਨਹੀਂ ਸੀ ਤੇ ਉਹਨਾਂ ਨੇ ਹਾਂ ਨਹੀਂ ਸੀ ਕੀਤੀ। ਤਾਂ ਉਹ ਕਹਿਣ ਤੋਂ ਮਤਲਬ ਇਹ ਹੈ ਕਿ ਇਹ ਰਾਸ ਬੜੀ ਆਈ ਬਾਦਲ ਸਾਹਿਬ ਨੂੰ, ਉਹ ਦੋਨੋਂ ਹੀ ਪੱਖਾਂ ਤੋਂ, ਕਿ ਇੱਕ ਤੇ ਤੁਸੀਂ ਤੁਹਾਡੀ ਜਿਹੜੀ ਪੋਜੀਸ਼ਨ ਵਿਦਨ ਦੀ ਪਾਰਟੀ ਆ ਉਹਨੂੰ ਕੋਈ ਚੈਲੰਜ ਕਰਦਾ ਹੈ ਤੇ ਤੁਹਾਨੂੰ ਸਪੋਰਟ ਮਿਲ ਜਾਂਦੀ ਹੈ ਤੇ ਚੈਲੰਜ ਕਰਨ ਵਾਲਾ ਕਮਜ਼ੋਰ ਪੈ ਜਾਂਦਾ। ਸੋ ਇਹ ਵੀ ਇੱਕ ਕਾਰਨ ਹੈਗਾ ਕਿ ਜਿਹੜੀ ਰੂਲਿੰਗ ਕਾਂਗਰਸ ਨਾਲ ਹੁਣ ਗੱਠਜੋੜ ਹੋਣ ਦੀ ਸੰਭਾਵਨਾ ਬੜੀ ਘੱਟ ਹੈ ਕਿ ਜਦੋਂ 84 ਹੋਇਆ ਨਾ, ਉਹ ਸਿੱਖ ਮਾਨਸਿਕਤਾ ਜਿਹੜੀ ਆ ਉਹ ਮੰਨਣ ਨੂੰ ਤਿਆਰ ਨਹੀਂ। ਬੀਜੇਪੀ ਪ੍ਰਤੀ ਆਪਾਂ ਕਹੋ ਕਿ ਦੁਬਿਧਾ ਜ਼ਰੂਰ ਹੈਗੀ, ਲੋਕ ਟੋਲਰੇਟ ਕਰ ਲੈਂਦੇ ਆ, ਪਰ ਉਸ ਕਿਸਮ ਦੀ ਨਫ਼ਰਤ ਵਾਲੀ ਗੱਲ ਜਾਂ ਕਹੋ ਵੀ ਤੁਸੀਂ ਕਾਂਗਰਸ ਨਾਲ ਸਮਝੌਤਾ ਕਰ ਲਿਆ ਜੀ, ਇਹ ਅਜੇ ਸਿੱਖ ਮਾਨਸਿਕਤਾ ਜਿਹੜੀ ਹੈ ਮੰਨਣ ਨੂੰ ਤਿਆਰ ਨਹੀਂ। ਬੀਜੇਪੀ ਬਾਰੇ ਅਜੇ ਸਵਾਲੀਆ ਫਿਕਰੇ ਜ਼ਰੂਰ ਹਨ, ਪਰ ਇਸੇ ਕਰਕੇ ਉਹ ਅਕਾਲੀ ਲੀਡਰਸ਼ਿਪ ਜਿਹੜੀ ਹੈ ਉਹ ਸਮਝੌਤਾ ਕਰ ਵੀ ਸਕਦੀ ਹੈ, ਸਿਆਸਤ ਨੂੰ ਧਿਆਨ ਵਿੱਚ ਰੱਖਦੇ ਹੋਏ। ਜੀ ਸੁਖਵਿੰਦਰ ਜੀ। ਡਾਕਟਰ ਸਾਹਿਬ, ਇੱਕ ਹੋਰ ਗੱਲ ਇਹ ਆ ਕਿ ਜਦੋਂ ਅਕਾਲੀ ਦਲ ਦੀ ਅੰਦਰੂਨੀ ਸਿਆਸਤ ਦੀ ਗੱਲ ਹੁੰਦੀ ਹੈ ਕਿ ਵੱਡੇ ਭਾਈ ਤੇ ਛੋਟੇ ਭਾਈ ਕਿਹੜੀ ਪਾਰਟੀ ਦੇ ਨਾਲ ਜਾਂ ਕਿਹਦੇ ਨਾਲ ਕਿਵੇਂ ਗੱਠਜੋੜ ਰੱਖਣਾ, ਤਾਂ ਅੰਦਰੂਨੀ ਤੌਰ ਦੇ ਉੱਤੇ ਕੋਈ ਲੀਡਰ ਹੋਰ ਕਿਉਂ ਨਹੀਂ ਬਣ ਸਕਿਆ? ਬਾਦਲ ਸਾਹਿਬ ਦੇ ਹੁੰਦਿਆਂ ਕੋਈ ਹੋਰ ਕਿਉਂ ਨਹੀਂ ਅਕਾਲੀ ਦਲ ਦੇ ਵਿੱਚੋਂ ਅੱਜ ਵੀ, ਜਿਵੇਂ ਸੁਖਬੀਰ ਸਿੰਘ ਬਾਦਲ ਪ੍ਰਧਾਨ ਨੇ, ਤਾਂ ਉਹਨਾਂ ਦਾ ਬਦਲ ਕੋਈ ਨਹੀਂ ਦੇਖਿਆ ਜਾਂਦਾ ਕਿ ਜੇ ਸੁਖਬੀਰ ਬਾਦਲ ਪ੍ਰਧਾਨਗੀ ਤੋਂ ਹਟਦੇ ਨੇ ਤਾਂ ਫਿਰ ਉਹਨਾਂ ਦਾ ਬਦਲ ਕੀ ਆ, ਤੇ ਉਸ ਲੀਡਰ ਦਾ ਕੋਈ ਵੀ ਮਤਲਬ ਕਿ ਸਾਹਮਣੇ ਨਾ ਆਉਣਾ ਕਿਸੇ ਦਾ ਲੀਡਰ ਬਣ ਕੇ, ਇਹ ਵੀ ਆਪਣੇ ਆਪ ਬਹੁਤ ਵੱਡੇ ਸਵਾਲ ਹੁੰਦੇ ਨੇ ਕਿ ਇਹ ਕਿਸ ਤਰੀਕੇ ਦੀ ਸਟ੍ਰੈਟਜੀ ਅਪਣਾਈ ਗਈ। ਸੁਖਵਿੰਦਰ ਜੀ, ਤੁਸੀਂ ਦੇਖੋ ਸਿਆਸਤ ਦੇ ਪਿੜ ਵਿੱਚ ਤੁਸੀਂ ਕੋਈ ਵੀ ਜਥੇਬੰਦੀ ਹੈ ਨਾ, ਉਹਦੇ ਵਿੱਚ ਕਾਫੀ ਲੰਬਾ ਸਮਾਂ ਤੁਹਾਨੂੰ ਜੱਦੋ-ਜਹਿਦ ਕਰਨੀ ਪੈਂਦੀ ਹੈ ਤਾਂ ਹੀ ਤੁਹਾਡਾ ਸਥਾਨ ਬਣਦਾ ਹੈ। ਹੁਣ ਤੁਸੀਂ ਸਿਨਾਰੀਓ ਦੇਖੋ, ਜਿਹੜਾ ਆਪਣਾ ਖਾੜਕੂ ਸਮਾਂ ਹੈ, ਉਸ ਵੇਲੇ ਆਪਣੀ ਅਕਾਲੀ ਲੀਡਰ ਕੌਣ ਸਨ? ਉਸ ਵੇਲੇ ਤਲਵੰਡੀ ਸਾਹਿਬ ਵੀ ਸੀਗੇ, ਲੌਂਗੋਵਾਲ ਸਾਹਿਬ ਵੀ ਸੀਗੇ, ਬਰਨਾਲਾ ਸਾਹਿਬ ਵੀ ਸੀਗੇ, ਤੇ ਟੌੜਾ ਸਾਹਿਬ ਵੀ ਸੀ, ਤੇ ਇਹ ਵੀ ਸੀ, ਤੇ ਬਾਕੀ ਹੋਰ ਆਪਾਂ ਕਹੋ ਕਿ ਦੂਸਰੇ ਤੀਸਰੇ ਥਾਂ ਤੇ ਹੋਰ ਢੀਂਡਸਾ ਸਾਹਿਬ, ਹੋਰ ਸਾਰੇ ਹੈਗੇ ਸੀ।
ਪਰ ਨੰਬਰ ਜੇ ਟਾਪ ਦੀ ਲੀਡਰ ਦੀ ਆਪਾਂ ਗੱਲ ਕਰੀਏ ਤੇ ਉਹਦੇ ਵਿੱਚ ਤੇ ਇਹੀ ਸੀ ਨਾ, ਆਪਣਾ ਬਾਦਲ ਸਾਹਿਬ ਹੋ ਗਏ, ਟੌੜਾ ਸਾਹਿਬ ਹੋ ਗਏ, ਤਲਵੰਡੀ ਸਾਹਿਬ ਹੋ ਗਏ, ਲੌਂਗੋਵਾਲ ਸਾਹਿਬ ਹੋ ਗਏ, ਬਰਨਾਲਾ ਸਾਹਿਬ ਚੌਥੇ ਨੰਬਰ ਤੇ ਮੈਂ ਉਹਨਾਂ ਨੂੰ ਮੰਨਦਾ। ਉਹ ਉਸ ਟਾਪ ਲੀਡਰ ਦੇ ਵਿੱਚ ਉਹ ਨਹੀਂ ਸੀ ਆਉਂਦਾ ਜਿਨ੍ਹਾਂ ਦਾ ਮਾਸ ਬੇਸ ਆਪਾਂ ਕਹੀਏ। ਹੁਣ ਹੋਇਆ ਇਹ ਕਿ ਸਮਾਂ ਪਾ ਕੇ ਲੌਂਗੋਵਾਲ ਸਾਹਿਬ ਤੇ ਸ਼ਹੀਦ ਹੋ ਗਏ, ਬਰਨਾਲਾ ਸਾਹਿਬ ਜਿਹੜੇ ਨੇ ਉਹ ਗਵਰਨਰ ਜਾ ਲੱਗੇ, ਉਹ ਹੋਰ ਤਰ੍ਹਾਂ ਦੀ ਸਿਆਸਤ ਹੋ ਗਈ, ਉਹ ਅਲੱਗ ਥਲੱਗ ਪੈ ਗਏ। ਤਲਵੰਡੀ ਸਾਹਿਬ ਵੀ ਉਹ ਵੱਖਰੀ ਸਿਆਸਤ ਕਰਨ ਲੱਗ ਗਏ ਤੇ ਫਿਰ ਅਲਟੀਮੇਟਲੀ ਉਹ ਵੀ ਪਾਸੇ ਚਲੇ ਗਏ, ਰਹਿ ਗਏ ਸਿਰਫ ਟੌੜਾ ਸਾਹਿਬ ਤੇ ਬਾਦਲ ਸਾਹਿਬ। ਚੌਧਰ ਦੀ ਲੜਾਈ ਇਹਨਾਂ ਦੋ ਲੀਡਰ ਦੀ ਹੀ ਸੀਗੀ, ਯਾਨੀ ਕਿ ਟਾਪ ਜੀ ਆਪਾਂ ਮੰਨੀਏ, ਬਾਕੀ ਤਾਂ 2 ਨੰਬਰ ਦੇ ਜਾਂ 3 ਨੰਬਰ ਦੇ ਹੁੰਦੇ ਨਾ ਜੀ ਉਹਨਾਂ ਦੇ, ਜਿਨ੍ਹਾਂ ਨੂੰ ਕਹੀਏ ਕਿ ਸਿਰ ਕੱਢ ਆਪਣੇ ਆਪ ਵਿੱਚ ਜਿਹੜਾ ਵੱਡਾ ਲੀਡਰ ਹੋਵੇ, ਇਹ 2 ਹੀ ਸੀ ਨਾ ਆਪਣੇ, ਜਾਂ ਬਾਦਲ ਸਾਹਿਬ ਸੀ ਜਾਂ ਟੌੜਾ ਸਾਹਿਬ ਸੀ। ਤੇ ਇਹ ਦੋਨਾਂ ਦੀ ਹੀ ਲੜਾਈ ਦੇ ਵਿੱਚੋਂ ਟੌੜਾ ਸਾਹਿਬ ਨਾਲੋਂ ਬਾਦਲ ਸਾਹਿਬ ਨੂੰ ਬੀਜੇਪੀ ਦੀ ਸਪੋਰਟ ਵਧੇਰੇ ਮਿਲਦੀ ਸੀ, ਅੱਖਾਂ ਮੀਚ ਕੇ ਜਿਸ ਨੂੰ ਆਪਾਂ ਕਹਿੰਦੇ। ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ ਕੋਈ ਰੌਲਾ ਸੀ ਨਾ ਵੀ ਬੀਜੇਪੀ ਵਾਲਿਆਂ ਨੂੰ ਆਪਾਂ ਨੂੰ ਉਪ ਮੁੱਖ ਮੰਤਰੀ ਸਾਡਾ ਬਣਾਉਣਾ ਚਾਹੀਦਾ, ਬੜਾ ਜ਼ੋਰ ਵੀ ਲਾਇਆ ਉਸ ਗੱਲ ਤੇ, ਔਖੇ ਵੀ ਬੜੇ ਹੋਏ, ਨਾਰਾਜ਼ ਵੀ ਹੋਏ, ਪਰ ਉਪ ਮੁੱਖ ਮੰਤਰੀ ਵੀ ਨਾ ਬਣਾਇਆ ਗਿਆ। ਸੁਖਬੀਰ ਬਾਦਲ ਹੁਣੀ ਬਣ ਗਏ, ਯਾਨੀ ਕਿ ਬਾਪ ਹੋ ਗਏ ਮੁੱਖ ਮੰਤਰੀ ਤੇ ਬੇਟਾ ਹੋ ਗਿਆ ਉਪ ਮੁੱਖ ਮੰਤਰੀ। ਯਾਨੀ ਕਿ ਬੀਜੇਪੀ ਨਾਲ ਇਹਨੇ ਵੀ ਜੇ ਆਪਾਂ ਦੇਖਿਆ ਜੇ ਪੋਲੀਟੀਕਲ ਅਲਾਇੰਸ ਦਾ ਵੀ ਧਰਮ ਜਿਹੜਾ ਮੰਨਿਆ ਜਾਏ ਤੇ ਉਹ ਆਪਾਂ ਮੰਨੋ ਉਹ ਵੀ ਧਿਆਨ ਵਿੱਚ ਨਹੀਂ ਰੱਖਿਆ। ਤੇ ਜੇ ਬੀਜੇਪੀ ਵਾਲਿਆਂ ਨੇ ਇਸ ਗੱਲ ਨੂੰ ਪ੍ਰਵਾਨ ਕਰ ਲਿਆ ਸੀ, ਇੱਕ ਤੇ ਇਹ ਸੀ ਕਿ ਬਾਦਲ ਸਾਹਿਬ ਦੀ ਸ਼ਖਸੀਅਤ ਤੇ ਉਹਨਾਂ ਦਾ ਰੋਲ ਸੀ, ਜੋ ਜਿਸ ਕਿਸਮ ਦੀ ਰੋਲ ਦੀ ਤਵੱਕੋ ਕੇਂਦਰੀ ਬੀਜੇਪੀ ਦੀ ਲੀਡਰਸ਼ਿਪ ਪੰਜਾਬ ਦੀ ਸਿੱਖ ਲੀਡਰਸ਼ਿਪ ਤੋਂ ਕਰਦੀ ਸੀ, ਉਹ ਸਿਰਫ ਤੇ ਸਿਰਫ ਉਹਨਾਂ ਮੁਤਾਬਕ ਬਾਦਲ ਸਾਹਿਬ ਉਹ ਰੋਲ ਪਲੇ ਕਰ ਸਕਦੇ ਸੀ। ਟੌੜਾ ਸਾਹਿਬ ਬਾਰੇ ਬੀਜੇਪੀ ਦੇ ਲੀਡਰਸ਼ਿਪ ਜਿਹੜੀ ਸੀ ਉਹ ਦੁਬਿਧਾ ਵਿੱਚ ਰਹਿੰਦੀ ਸੀ ਵੀ ਉਹਨਾਂ ਤੇ ਜਿਹਨੂੰ ਕਹੀਏ ਕਿ ਅੰਨੇ ਹੋ ਕੇ, ਯਾਨੀ ਕਿ ਬਿਲਕੁਲ ਬਲਾਈਂਡ ਫੇਥ ਜਿਹੜੀ ਹੈ ਨਾ, ਉਹ ਨਹੀਂ ਸੀ ਕਰ ਸਕਦੇ। ਬਾਦਲ ਸਾਹਿਬ ਤੇ ਉਹ ਬਲਾਈਂਡ ਫੇਥ ਕਰ ਲੈਂਦੇ ਸੀ ਕਿ ਇਹ ਭਰੋਸੇਯੋਗ ਹੈ, ਔਰ ਉਹਦਾ ਕਾਰਨ ਵੀ ਇਹੀ ਹੈ, ਆਪਾਂ ਨੂੰ ਪਤਾ ਵੀ ਹੈ ਨਾ, ਪਿਛੋਕੜ ਹੁੰਦਾ ਨਾ ਲੀਡਰਸ਼ਿਪ ਦਾ, ਕਿ ਟੌੜਾ ਸਾਹਿਬ ਦਾ ਜਦੋਂ ਖਾੜਕੂ ਦੌਰ ਵੇਲੇ ਲੀਡਰਸ਼ਿਪ ਦੇ ਉਹਨਾਂ ਦਾ ਰੋਲ ਸੀ, ਉਹ ਦੋਨੋਂ ਹੀ ਪਾਸੇ, ਉਹ ਆਪਾਂ ਨੂੰ ਪਤਾ ਹੈ ਕਿ ਸੰਤ ਸਾਹਿਬ ਜਿਹੜੇ ਆਪਣੇ ਹੁਣ ਸ਼ਹੀਦ ਹੋ ਗਏ ਆਪਣੇ ਪਿੰਡਰਾਂ ਵਾਲੇ, ਉਹਨਾਂ ਦੇ ਵੀ ਨੇੜੇ ਸੀਗੇ। ਤੇ ਬਾਦਲ ਸਾਹਿਬ ਕਦੇ ਵੀ ਉਹਨਾਂ ਦੇ, ਬਾਦਲ ਸਾਹਿਬ ਦੀ ਸਿਆਸਤ ਜਿਹੜੀ ਹਮੇਸ਼ਾ ਉਹ ਜਿਹੜੀ ਹੈ ਨਰਮ ਖਿਆਲੀ ਸਿਆਸਤ ਸੀਗੀ, ਤੇ ਟੌੜਾ ਸਾਹਿਬ ਦੇ ਵਿੱਚ ਦੋਨੋਂ ਹੀ ਅੰਸ਼ ਸੀਗੇ, ਉਹ ਦੋਨਾਂ ਤਰ੍ਹਾਂ ਦੀ ਸਿਆਸਤ ਕਰਨ ਦੇ ਕੇਪੇਬਲ ਸਨ। ਤੋਂ ਬੀਜੇਪੀ ਵਾਲਿਆਂ ਨੂੰ ਬਾਦਲ ਸਾਹਿਬ ਦੀ ਸਿਆਸਤ ਹੀ ਸੂਟ ਕਰਦੇ ਸੀ, ਤੇ ਇਸੇ ਕਰਕੇ ਉਹ ਹਮੇਸ਼ਾ ਹੀ ਬੀਜੇਪੀ ਵਾਲੇ ਬਾਦਲ ਸਾਹਿਬ ਨੂੰ ਥਾਪੜਾ ਦੇ ਕੇ ਰੱਖਦੇ ਸੀ, ਉਹਨੂੰ ਮਜ਼ਬੂਤ ਰੱਖਦੇ ਸੀਗੇ, ਤੇ ਜਿਹੜੀ ਆਲਟਰਨੇਟ ਲੀਡਰਸ਼ਿਪ ਹੋ ਸਕਦੀ ਸੀ ਉਹਨੂੰ ਉਹ ਮਜ਼ਬੂਤ ਨਹੀਂ ਸੀ ਹੋਣ ਦਿੰਦੇ। ਇਹ ਬੀਜੇਪੀ ਨੂੰ ਵੀ ਇਹੀ ਸੂਟ ਕਰਦਾ ਸੀ ਸੁਖਵਿੰਦਰ ਸੀ, ਇਸ ਨੂੰ ਆਪਾਂ ਇਸ ਤਰ੍ਹਾਂ ਸਮਝ ਸਕਦੇ ਹਾਂ। ਜੀ ਸੁਖਵਿੰਦਰ, ਮੇਰਾ ਆਖਰੀ ਸਵਾਲ ਹੁਣ ਇਹ ਆ ਕਿ ਇਹ ਬਹੁਤ ਵੱਡਾ ਸਵਾਲ ਹੈ ਕਿ ਜਦੋਂ ਅੱਜ ਭਾਜਪਾ ਨਾਲ ਗੱਠਜੋੜ ਦੀਆਂ ਚਰਚਾਵਾਂ ਤੁਰਦੀਆਂ ਨੇ ਤਾਂ ਭਾਜਪਾ ਦੇ ਪੰਜਾਬ ਵਿੱਚ ਪੈਰ ਵੀ ਕਹਿੰਦੇ ਅਕਾਲੀ ਦਲ ਦੇ ਜ਼ਰੀਏ ਲੱਗੇ, ਬਾਦਲ ਸਾਹਿਬ ਦੀ ਸਿਆਸਤ ਕਰਕੇ ਲੱਗੇ। ਕਿ ਅੱਜ ਦੇ ਹਾਲਾਤਾਂ ਦੇ ਵਿੱਚ ਜਦੋਂ ਕਿਸਾਨੀ ਅੰਦੋਲਨ ਲੰਘ ਚੁੱਕਿਆ ਆ ਜਾਂ ਹੋਰ ਜਿਹੋ ਜਿਹੇ ਫੈਕਟਰ ਕੇਂਦਰੀ ਪੱਧਰ ਦੇ ਉੱਤੇ ਭਗਵਾਂ ਕਰਨ ਨੂੰ ਲੈ ਕੇ ਜਾਂ RSS ਦੀਆਂ ਨੀਤੀਆਂ ਨੂੰ ਲੈ ਕੇ ਜਿਹੜੇ ਸਵਾਲ ਭਾਜਪਾ ਤੇ ਉੱਠਦੇ ਨੇ ਲਗਾਤਾਰ, ਉਹਨਾਂ ਦੇ ਵਿੱਚ ਹੁਣ ਕੀ ਭਾਜਪਾ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਇਕੱਲਿਆਂ ਚੱਲ ਕੇ ਕੋਈ ਸਰਕਾਰ ਬਣਾਉਣ ਦੇ ਕਾਬਿਲ ਹੈ, ਜਾਂ ਫਿਰ ਕੋਈ ਇਹੋ ਜਿਹੀ ਜੋੜ ਤੋੜ ਦੀ ਸਿਆਸਤ ਖੇਡੀ ਜਾ ਸਕਦੀ ਹੈ, ਖੇਡ ਜਿਵੇਂ ਮਹਾਰਾਸ਼ਟਰ 'ਚ ਖੇਡਤੀ ਕਿ ਬਣੀ ਬਣਾਈ ਸਰਕਾਰ ਜਿਹੜੀ ਆ ਉਹ ਕਿਸੇ ਨਾ ਕਿਸੇ ਢੰਗ ਦੇ ਨਾਲ ਹਾਈਜੈਕ ਕਰ ਲੈਣਾ, ਜਾਂ MLA ਦੀ ਖਰੀਦੋ ਫਰੋਖਤ ਦੇ ਨੇ। ਵਿਚਾਲੇ ਅਕਾਲੀ ਦਲ ਦੀ ਫਿਰ ਨੀਤੀ ਕੀ ਹੋਣੀ ਚਾਹੀਦੀ ਹੈ, ਕਿਵੇਂ ਆਪਣੇ ਆਪ ਨੂੰ ਅੱਗੇ ਵਧਾਏ, ਜਦੋਂ ਅਸੀਂ ਭਾਜਪਾ ਦੇ ਪੈਰਾਂ ਦੀ ਵੀ ਗੱਲ ਕਰਦੇ ਹਾਂ ਤੇ ਅਕਾਲੀ ਦਲ ਦੀ ਅਗਲੀ ਸਿਆਸਤ ਦੀ ਗੱਲ ਕਰਦੇ ਹਾਂ? ਸੁਖਵਿੰਦਰ ਜੀ, ਆਪਾਂ ਸਮਝੌਤੇ ਬਾਰੇ ਪਹਿਲਾਂ ਗੱਲ ਕਰ ਚੁੱਕੇ, ਹੁਣ ਸਿਰਫ ਤੇ ਸਿਰਫ ਇਹ ਹੈ ਕਿ ਬੀਜੇਪੀ ਵਾਲਿਆਂ ਦੀ ਸਿਆਸਤ ਜਿਹੜੀ ਹੈ ਉਹ ਕਿਸ ਤਰ੍ਹਾਂ ਦੀ ਹੋਣ ਦੀ ਸੰਭਾਵਨਾ ਹੈਗੀ ਪੰਜਾਬ ਵਿੱਚ। ਮੈਨੂੰ ਲੱਗਦਾ ਇਹ ਹੈ ਕਿ ਬੀਜੇਪੀ ਵਾਲਿਆਂ ਦੀ ਸਿਆਸਤ ਜਿਹੜੀ ਉਹ ਇਸ ਤਰ੍ਹਾਂ ਦੀ ਹੋ ਗਈ ਹੈ ਕਿ ਜੋ ਕਾਂਗਰਸ ਦੀ ਸਿਆਸਤ ਪੰਜਾਬ ਵਿੱਚ ਹੈਗੀ ਹੈ ਕਿ ਉਹ ਵੱਖ-ਵੱਖ ਭਾਈਚਾਰਿਆਂ ਦੀ ਪ੍ਰਤੀਨਿਧਤਾ ਕਰਨ ਵਾਲੀ ਇੱਕ ਸਿਆਸੀ ਜਮਾਤ ਦੇ ਤੌਰ ਤੇ
ਆਪਣਾ ਉਹ ਇਮੇਜ ਇਹੋ ਜਿਹਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਤਰ੍ਹਾਂ ਦੀ ਕਾਂਗਰਸ ਦੀ ਸੀਗੀ ਕਿ ਜੀ ਅਸੀਂ ਸੈਕੂਲਰ ਹਾਂ, ਅਸੀਂ ਹਿੰਦੂ, ਸਿੱਖ, ਮੁਸਲਿਮ, ਈਸਾਈ ਸਾਰੀਆਂ ਹੀ ਕਮਿਊਨਿਟੀਜ਼ ਦੀ ਪ੍ਰਤੀਨਿਧਤਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਵੇਅਰ ਅਕਾਲੀ ਜਿਹੜੀ ਹੈ ਮੁੱਖ ਤੌਰ ਤੇ ਉਹ ਸਿੱਖ ਭਾਈਚਾਰੇ ਦੀ ਪ੍ਰਤੀਨਿਧਤਾ ਕਰਨ ਦੀ ਜਿਹੜੀ ਹੈ ਉਹ ਕੋਸ਼ਿਸ਼ ਕਰਦੀ ਸੀ। ਹਾਲਾਂਕਿ ਆਪਾਂ ਨੂੰ ਪਤਾ ਹੈ ਕਿ ਉਹਦੇ ਵਿੱਚ ਅਕਾਲੀਆਂ ਦੀ ਵੀ ਕੋਸ਼ਿਸ਼ ਇਹ ਸੀ ਵੀ ਅਸੀਂ ਸਾਰੇ ਭਾਈਚਾਰਿਆਂ ਨੂੰ ਨਾਲ ਲੈ ਕੇ ਚੱਲੀਏ, ਸਿਰਫ ਸਿੱਖਾਂ ਤੱਕ ਸੀਮਤ ਨਾ ਕਰੀਏ। ਖੈਰ, ਬੀਜੇਪੀ ਦੀ ਕੋਸ਼ਿਸ਼ ਮੈਨੂੰ ਨਜ਼ਰ ਹੁਣ ਇਹ ਆਉਂਦੀ ਹੈ ਕਿ ਜਿਸ ਤਰ੍ਹਾਂ ਕਾਂਗਰਸ ਜਿਹੜੀ ਹੈ ਇੰਨੀਆਂ ਵੱਡੀਆਂ ਗਲਤੀਆਂ ਕਰਨ ਦੇ ਬਾਵਜੂਦ, ਆਪਰੇਸ਼ਨ ਬਲੂ ਸਟਾਰ ਕਰਨ ਦੇ ਬਾਵਜੂਦ, ਸਿੱਖਾਂ ਤੇ ਇੰਨਾ ਜ਼ੁਲਮ ਕਰਨ ਦੇ ਬਾਵਜੂਦ ਉਹ 2 ਵਾਰ ਤਾਕਤ ਵਿੱਚ ਆ ਗਈ। ਉਦੋਂ ਬਾਅਦ ਆਪਾਂ ਨੂੰ ਪਤਾ ਹੈ, ਯਾਨੀ ਕਿ ਦਿੱਲੀ ਦੰਗੇ ਵੀ ਹੋ ਗਏ, 84 ਵੀ ਹੋ ਗਏ, ਤੋਂ ਬਾਅਦ ਫਿਰ ਪੰਜਾਬ ਦੇ ਵਿੱਚ ਦੇਖੋ 2 ਵਾਰ ਕਾਂਗਰਸੀ ਸਰਕਾਰ ਬਣੀ ਹੈ ਨਾ ਜੀ ਇੱਥੇ। ਤੇ ਉਹਦਾ ਕਾਰਨ ਸਿਰਫ ਇਹ ਸੀਗਾ ਕਿ ਕਾਂਗਰਸ ਦੀਆਂ ਜੜ੍ਹਾਂ ਜਿਹੜੀਆਂ ਉਹ ਸਿੱਖ ਭਾਈਚਾਰੇ ਵਿੱਚ ਬਹੁਤ ਟ੍ਰੈਡੀਸ਼ਨਲ, ਜਿਹਨੂੰ ਆਪਾਂ ਜੜ੍ਹਾਂ ਲੱਗੀਆਂ ਹੋਈਆਂ ਸੀ, ਤੇ ਜੜ੍ਹਾਂ ਖੋਖਲੀਆਂ ਹੋਈਆਂ, ਪਰ ਪੁਰਾਣੀਆਂ ਜੜ੍ਹਾਂ ਜਿਹੜੀਆਂ ਪਈਆਂ ਸੀ ਮੁੜ ਕੇ ਫੇਰ ਹਰੀਆਂ ਹੋ ਗਈਆਂ। ਕਿ ਇੱਕ ਜਿਹਨੂੰ ਆਪਾਂ ਕਹਿੰਦੇ ਨਾ ਕਿ ਪਾਰਟੀਆਂ ਦੀ ਇੱਕ ਇਤਿਹਾਸ ਜਿਹਾ ਹੁੰਦਾ ਨਾ, ਕਿ ਲੋਕ ਪਾਰਟੀਆਂ ਨਾਲ ਜੁੜੇ ਹੁੰਦੇ ਆ, ਉਹ ਖਾਨਦਾਨੀ ਤੌਰ ਤੇ ਜੁੜੇ ਆਉਂਦੇ, ਇੱਕ ਸੁਭਾਅ ਜਿਹਾ ਬਣ ਜਾਂਦਾ ਤੇ ਉਹ ਕਾਂਗਰਸ ਦੇ ਨਾਲ ਲੋਕ ਜੁੜੇ ਰਹੇ। ਹੁਣ ਇਹੀ ਚੀਜ਼ ਬੀਜੇਪੀ ਕਰਨਾ ਚਾਹੁੰਦੀ ਹੈ ਕਿ ਪਹਿਲਾਂ ਆਪਾਂ ਨੂੰ ਪਤਾ ਕਿ ਬੀਜੇਪੀ ਜਿਹਦਾ ਰੂਪ ਜਨਸੰਘ ਸੀ ਤੇ ਹਿੰਦੂ ਭਾਈਚਾਰੇ ਤੱਕ ਸੀਮਤ ਸੀ, ਇਹ ਹੁਣ ਆਪਣਾ ਜਿਹੜਾ ਦਾਇਰਾ ਵਧਾਉਣਾ ਚਾਹੁੰਦੀ ਹੈ ਤੇ ਵੱਡੀ ਗਿਣਤੀ ਵਿੱਚ ਸਿੱਖ ਭਾਈਚਾਰੇ ਨੂੰ ਆਪਣੇ ਵਿੱਚ ਸ਼ਾਮਲ ਕਰਨਾ ਚਾਹੁੰਦੀ ਹੈ। ਯਾਨੀ ਕਿ ਇਹਦਾ ਉਹੋ ਜਿਹਾ ਹੀ ਰੂਪ ਹੋਣ ਦੀ ਸੰਭਾਵਨਾ ਹੈ ਜਿਸ ਤਰ੍ਹਾਂ ਦਾ ਕਾਂਗਰਸ ਦਾ ਰੂਪ ਪੰਜਾਬ ਵਿੱਚ ਹੈ। ਔਰ ਇਸ ਤਰ੍ਹਾਂ ਦੇ ਰੂਪ ਨਾਲ ਸੰਭਾਵਨਾਵਾਂ ਹੈਗੀਆਂ ਕਿ ਇਹ ਹੁਣ ਸਿਰਫ ਕਿਸੇ ਇੱਕ ਭਾਈਚਾਰੇ ਤੱਕ ਸੀਮਤ ਨਾ ਰਹੇ। ਤੇ ਆਪਾਂ ਨੂੰ ਪਤਾ ਕਿ ਸਿਆਸਤ ਵੋਟਾਂ ਦੀ ਖੇਡ ਹੈ, ਤੇ ਜੇ ਤੁਸੀਂ ਇੱਕ ਹੀ ਭਾਈਚਾਰੇ ਤੱਕ ਸੀਮਤ ਰਹਿੰਦੇ ਹੋ ਤੇ ਗੱਲ ਬਣਦੀ ਨਹੀਂ ਗੀ, ਕਿਉਂਕਿ ਸਿਰਫ ਪਹਿਲਾਂ ਸਵਰਨ ਜਾਤੀਆਂ ਤੱਕ ਹਿੰਦੂ ਤੱਕ ਸੀਮਤ ਸੀ, ਹੁਣ ਇਹ ਦਲਿਤਾਂ ਦੇ ਵਿੱਚ ਵੀ, ਸਿੱਖਾਂ ਦੇ ਵਿੱਚ ਵੀ, ਸਿੱਖਾਂ ਦੇ ਸਾਰੇ ਜਿਹੜੀਆਂ ਜਾਤਾਂ ਦੇ ਵਿੱਚ ਉਹਨਾਂ ਦੀ। ਤੁਸੀਂ ਦੇਖੋ ਕਿ ਹੁਣ ਲਾਲਪੁਰਾ ਸਾਹਿਬ ਹੈ ਉਹ OBC ਚੋਂ ਆ ਰਿਹਾ ਹੈ, ਜੱਟ ਲੀਡਰਸ਼ਿਪ ਵੀ ਸਿੱਖਾਂ ਚੋਂ ਬਹੁਤ ਆ ਰਹੀ ਹੈ, ਦਲਿਤ ਵੀ ਇਹਨਾਂ ਦੇ ਨਾਲ ਕਾਫੀ ਰਲ ਰਹੇ ਨੇ, ਯਾਨੀ ਕਿ ਉਹ ਆਪਣਾ ਬੇਸ ਬਹੁਤ ਵਧਾ ਰਹੇ ਹੋਏ ਹੈ। ਤੇ ਉਹ ਇੱਕ ਬੇਸ ਵਧਾਉਣ ਨਾਲ ਹੁਣ ਇਹ ਹੈ ਕਿ ਕੋਈ ਪਾਰਟੀ, ਜਿਸ ਤਰ੍ਹਾਂ ਆਪਾਂ ਕਹਿੰਦੇ ਸੀ ਨਾ ਕਿ ਉਹ ਹੁਣ ਨੰਬਰ 2 ਤੇ ਬਿਲਕੁਲ ਪਿਛਲੱਗ ਜਾਂ ਪੂਛ ਜੀ ਬਣ ਕੇ ਨਹੀਂ ਚੱਲਣਾ ਚਾਹੇਗੀ, ਉਹ ਬਰਾਬਰ ਦੀ ਭਾਈਵਾਲ ਬਣ ਕੇ ਤਾਕਤ ਦੇ ਵਿੱਚ ਖੇਡਣਾ ਚਾਹੇਗੀ ਬੀਜੇਪੀ। ਉਹ ਹੁਣ ਡਿਪੈਂਡ ਕਰੇਗਾ ਕਿ ਹਾਂ ਹੁਣ ਬਾਈ ਇਲੈਕਸ਼ਨ ਦੇ ਵਿੱਚ ਇਹਨਾਂ ਦੀ ਪੋਜੀਸ਼ਨ ਕੀ ਬਣਦੀ ਹੈ, ਆਉਣ ਵਾਲੀਆਂ 24 ਦੇ ਵਿੱਚ ਕੀ ਬਣਦੀ ਹੈ। ਉਹ ਨਿਰਭਰ ਕਰੇਗਾ ਕਿ ਸਿੱਖ ਮਾਨਸਿਕਤਾ ਦੇ ਵਿੱਚ ਕਿੰਨੀ ਕੁ ਮਕਬੂਲ ਹੁੰਦੀ ਹੈ ਬੀਜੇਪੀ। ਕੀ ਇਹ ਕਾਂਗਰਸ ਨੂੰ ਉੱਥੋਂ ਰਿਪਲੇਸ ਕਰ ਪਾਉਂਦੀ ਹੈ ਜਾਂ ਬਰਾਬਰ ਦੀ ਧਿਰ ਬਣ ਸਕਦੀ ਹੈ ਕਾਂਗਰਸ ਵਾਂਗੂ ਹੀ ਸਿੱਖ ਭਾਈਚਾਰੇ ਵਿੱਚ। ਤੇ ਦੂਸਰੀ ਗੱਲ ਇਹ ਹੈ ਕਿ ਕੀ ਅਕਾਲੀ ਦਲ ਮੁੜ ਕੇ ਆਪਣੇ ਪੈਰ ਜਮਾ ਸਕਦਾ ਹੈ ਸਿੱਖ ਮਾਨਸਿਕਤਾ ਦੇ ਵਿੱਚ, ਫੇਰ ਮਕਬੂਲ ਹੋ ਸਕਦਾ ਕਿ ਨਹੀਂ। ਅਜੇ ਇਸ ਤਰ੍ਹਾਂ ਦਾ ਵੈਕਿਊਮ ਜਿਹਾ ਪਿਆ, ਖਲਾ ਜਿਹਾ ਪਿਆ ਹੋਇਆ ਹੈ, ਇਹਦੇ ਬਾਰੇ ਆਪਾਂ ਕੋਈ ਕਹੀਏ ਕਿ ਯਕੀਨਨ ਕੁਝ ਨਹੀਂ ਅਜੇ ਫਿਲਹਾਲ ਕਿਹਾ ਜਾ ਸਕਦਾ, ਪਰ ਮੋਟੇ ਤੌਰ ਤੇ ਸਿਨਾਰੀਓ ਇਹੋ ਜਿਹਾ ਦੇਖਣ ਨੂੰ ਮਿਲਦਾ ਸੁਖਵਿੰਦਰ ਜੀ ਕਿ ਬੀਜੇਪੀ ਕੋਸ਼ਿਸ਼ ਕਰ ਰਹੀ ਹੈ ਕਿ ਉਹ ਸਾਰੇ ਭਾਈਚਾਰਿਆਂ ਦੀ ਪ੍ਰਤੀਨਿਧਤਾ ਦੀ ਉਹ ਹੁਣ ਦਾਅਵਾ ਕਰੇ, ਔਰ ਇਹ ਦਾਅਵੇ ਦੇ ਵਿੱਚੋਂ ਉਹ ਤਾਕਤ ਦੀ ਖੇਡ ਪੰਜਾਬ ਵਿੱਚ ਖੇਡਣ ਦੀ ਕੋਸ਼ਿਸ਼ ਕਰੇ। ਇਹੋ ਜਿਹਾ ਸਿਨਾਰੀਓ ਸੁਖਵਿੰਦਰ ਜੀ। ਬਿਲਕੁਲ ਬਿਲਕੁਲ, ਪਾਰਟੀਆਂ ਨੇ ਫੈਸਲਾ ਕਰਨਾ ਹੁੰਦਾ ਹੈ, ਅਸੀਂ ਸਿਰਫ ਇੱਕ ਵਿਸ਼ਲੇਸ਼ਣ ਕੋਸ਼ਿਸ਼ ਕਰਦੇ ਹਾਂ ਉਸ ਨੂੰ ਸਮਝਣ ਦੀ, ਜਿਵੇਂ ਡਾਕਟਰ ਸਾਹਿਬ ਹੁਣੇ ਕਹਿੰਦੇ ਨੇ ਕਿ ਡੀਕੋਡ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕਿਉਂਕਿ ਭਾਜਪਾ ਨੇ ਵੀ ਦੇਖਣਾ ਹੈ ਕਿ ਸਾਡੇ ਕਿੰਨੇ ਕੁ ਪੈਰ ਜੰਮਦੇ ਨੇ, ਅਕਾਲੀ ਦਲ ਦੀ ਸਿਆਸਤ ਪਿਛਲੇ ਸਮੇਂ 'ਚ ਕਿੱਦਾਂ ਦੀ ਰਹੀ ਹੈ, ਘਾਟੇ ਵਾਧੇ ਦੇਖ ਕੇ ਉਸ ਤੋਂ ਬਾਅਦ ਗੱਠਜੋੜ ਹੁੰਦੇ ਨੇ। ਕੋਈ ਭਾਵੁਕਤਾ ਦਾ ਮਸਲਾ ਨਹੀਂ ਹੁੰਦਾ ਕਿ ਜੇ ਬਾਦਲ ਸਾਹਿਬ ਨਾਲ ਮੋਦੀ ਸਾਹਿਬ ਦੀ ਨਜ਼ਦੀਕੀ ਹੈ ਤਾਂ ਸ਼ਾਇਦ ਜਿਹੜਾ ਉਹਦੇ ਵਿੱਚੋਂ ਅੱਗੇ ਜਾ ਕੇ
ਕੋਈ ਗੱਠਜੋੜ ਜਾਂ ਪੰਜਾਬ ਨੂੰ ਕੁਝ ਨਵਾਂ ਦੇਖਣ ਨੂੰ ਮਿਲੇ। ਪਰ ਜਿਹੜਾ ਲੋਕਾਂ ਦੇ ਮਨਾਂ ਦੇ ਵਿੱਚ ਹੈ ਅਕਾਲੀ ਦਲ ਦੇ ਪ੍ਰਤੀ ਜਾਂ ਭਾਜਪਾ ਦੇ ਪ੍ਰਤੀ, ਜੋ ਕੁਝ ਲੋਕਾਂ ਨੇ ਬੀਤੇ ਸਮੇਂ 'ਚ ਹੰਢਾਇਆ, ਉਹ ਕਿਵੇਂ ਰਿਐਕਟ ਕਰਦੇ ਨੇ, ਇਹ ਬਹੁਤ ਅਹਿਮ ਹੋਏਗਾ। ਜਲੰਧਰ ਵਾਲੀ ਉਪ-ਚੋਣ ਨੇ ਬਹੁਤ ਨਿਤਾਰੇ ਕਰ ਦੇਣੇ ਨੇ ਕਿ ਉਹਨਾਂ ਨੂੰ ਵੀ, ਬੀਜੇਪੀ ਨੂੰ ਵੀ ਪਤਾ ਲੱਗ ਜਾਣਾ ਹੈ ਕਿ ਸਾਡੇ ਕਿੰਨੇ ਕੁ ਜਿਹੜਾ ਉਹ ਪੈਰਾਂ 'ਚ ਜਾਣਾ ਹੈ, ਤੇ ਉਹਨਾਂ ਨੂੰ ਵੀ ਪਤਾ ਲੱਗ ਜਾਣਾ ਅਕਾਲੀ ਦਲ ਨੂੰ ਕਿ ਸਾਨੂੰ ਕਿੰਨਾ ਕੁ ਜਿਹੜਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦਾ ਹੁੰਗਾਰਾ ਮਿਲਦਾ। ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਸ਼ੁਕਰੀਆ ਡਾਕਟਰ ਸਾਹਿਬ, ਧੰਨਵਾਦ ਤੁਹਾਡਾ। ਧੰਨਵਾਦ ਜੀ।